हाँ जी दोस्तों, सत श्री अकाल जी। मैं रमनदीप सिंह एक बार फिर हाज़र हाँ तुहाड़ी अपने चैनल रमन इंस्टीट्यूट ते ਅਤੇ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਸਾਰਿਆਂ ਦਾ ਇਸ ਚੈਨਲ ਦੇ ਉੱਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ ਨੰਬਰ 12 ਜਿਹੜਾ ਹੈਗਾ 6th ਕਲਾਸ ਦਾ ਪੰਜਾਬ ਬੋਰਡ ਦਾ ਉਸ ਬਾਰੇ ਡਿਸਕਸ ਕਰਾਂਗੇ। ਸੋ ਚੈਪਟਰ ਦਾ ਨੇਮ ਹੈ ਜਿਹੜਾ 12ਵੇਂ ਦਾ ਉਹ ਇੰਡੀਆ ਫਰੋਮ 600 BC ਟੂ 400 BC ਸੋਸ਼ਲ ਸਟੱਡੀ ਦੇ ਹਿਸਟਰੀ ਦਾ ਚੈਪਟਰ ਹੈਗਾ। ਸੋ ਇਸ ਬਾਰੇ ਅਸੀਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਡਿਟੇਲ ਦੇ ਨਾਲ। ਸੋ ਰੋਜ਼ ਦੀ ਤਰ੍ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਹੈ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰਨ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਪਟਰ ਨੂੰ ਡਿਟੇਲ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਵੀਡੀਓ ਨੇ 6th ਕਲਾਸ ਤੋਂ ਲੈ ਕੇ 12 ਤੱਕ ਦੀਆਂ ਉਹ ਅਸੀਂ ਅਪਲੋਡ ਕਰ ਰਹੇ ਹਾਂ ਧੀਰੇ ਧੀਰੇ। ਔਰ 6th ਕਲਾਸ ਜਿਹੜੇ ਕਾਫੀ ਚੈਪਟਰ ਅਸੀਂ ਅਪਲੋਡ ਕਰ ਚੁੱਕੇ ਹਾਂ, ਬਾਕੀ ਕਲਾਸਾਂ ਦੇ ਹਾਲੇ ਬਾਕੀ ਰਹਿੰਦੇ ਨੇ। ਸੋ ਤੁਸੀਂ ਉਹ ਜਿਹੜੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਸਾਰੇ ਚੈਪਟਰ ਉੱਥੇ ਪਏ ਨੇ। ਔਰ ਇਸ ਤੋਂ ਦੇਖ ਕੇ ਤੁਸੀਂ ਕਿਹੜੀ ਮਾਸਟਰ ਕੇਡਰ ਦੀ ਵਧੀਆ ਤਰੀਕੇ ਨਾਲ ਔਰ PS ਟੈਟ ਦੀ ਵਧੀਆ ਜਿਹੜੀ ਪ੍ਰੀਪਰੇਸ਼ਨ ਉਹ ਕਰ ਸਕਦੇ ਹੈਗੇ ਹੋ। ਸੋ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਦਾ ਸੈਸ਼ਨ। ਸੋ ਫਸਟ ਭਾਰਤ ਜਿਹੜਾ 600 ਈਸਵੀ ਪੂਰਵ ਤੋਂ ਲੈ ਕੇ 400 ਈਸਵੀ ਪੂਰਵ ਤੱਕ ਰਿਹਾ ਹੈ, ਉਸ ਸਮੇਂ ਦੇ ਵਿੱਚ ਕਿਹੜੀਆਂ ਘਟਨਾਵਾਂ ਵਾਪਰੀਆਂ ਨੇ, ਕੀ ਕੁਝ ਹੋਇਆ ਹੈਗਾ, ਉਸ ਬਾਰੇ ਅਸੀਂ ਜਿਹੜਾ ਡਿਸਕਸ ਕਰਾਂਗੇ ਅੱਜ ਦੇ ਇਸ ਚੈਪਟਰ ਦੇ ਵਿੱਚ। ਸੋ ਬਹੁਤ ਹੀ ਇੰਪੋਰਟੈਂਟ ਹੈ, ਸੋ ਇਸ ਨੂੰ ਜ਼ਰੂਰ ਧਿਆਨ ਦੇ ਨਾਲ ਸੁਣਿਓ। ਸੋ ਕਿੰਗਡਮਸ ਐਂਡ ਰਿਪਬਲਿਕਸ। ਸੋ ਕਿੰਗਡਮ ਐਂਡ ਰਿਪਬਲਿਕਸ ਦਾ ਮੀਨਿੰਗ ਹੈਗਾ ਕਿ ਜਨਪਦ ਅਤੇ ਮਹਾਜਨਪਦ ਸੀਗੇ ਜਿਹੜੇ ਉਹਨਾਂ ਦੇ ਬਾਰੇ ਹੈਗਾ। ਠੀਕ ਹੈ। The establishment of the several important republican and monarchical states in the northern India known as a Janpadas around 600 BC marks the beginning of an important period of Indian history। ਸੋ ਉੱਤਰੀ ਭਾਰਤ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਨਦਰਨ ਇੰਡੀਆ ਦੇ ਵਿੱਚ, ਠੀਕ ਹੈ, 600 ਈਸਵੀ ਪੂਰਵ ਦੇ ਲਗਭਗ ਕਈ ਗਣਤੰਤਰ ਅਤੇ ਰਾਜਤੰਤਰ ਜਿਹੜੀ ਰਾਜਾਂ ਦੀ ਸਥਾਪਨਾ ਹੋਈ ਸੀਗੀ। ਔਰ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਜਿਹੜਾ ਯੁੱਗ ਸੀਗਾ, ਠੀਕ ਹੈ, ਆਰੰਭ ਹੋਇਆ ਸੀਗਾ ਇਸ ਦਾ। ਠੀਕ ਹੈ। ਔਰ ਇਹ ਮੋਨਾਰਕੀਕਲ ਜਿਹੜੀਆਂ ਸਟੇਟ ਵੀ ਹੁੰਦੀਆਂ ਸੀਗੀਆਂ ਇਹਦੇ ਵਿੱਚ, ਜਿਹਨੂੰ ਰਾਜਤੰਤਰ ਅਸੀਂ ਕਹਿ ਦਿੰਦੇ ਹੈਗੇ। ਠੀਕ ਹੈ, ਇਹ ਵੀ ਹੁੰਦਾ ਸੀ। ਔਰ ਗਣਤੰਤਰ ਵੀ ਜਿਹੜਾ ਹੁੰਦਾ ਸੀਗਾ, ਰਿਪਬਲਿਕਨ ਵੀ ਹੁੰਦੀਆਂ ਸੀਗੀਆਂ ਇਹਨਾਂ ਦੇ ਵਿੱਚੋਂ ਸਟੇਟਾਂ। The more powerful state amongst these are called ਮਹਾਜਨਪਦ। ਸੋ ਜਿਹੜੇ ਰਾਜ ਜਿਹੜੇ ਜ਼ਿਆਦਾ ਤਾਕਤਵਰ ਹੁੰਦੇ ਸੀ, ਜਿਨ੍ਹਾਂ ਕੋਲ ਪਾਵਰ ਜ਼ਿਆਦਾ ਹੁੰਦੀ ਸੀਗੀ, ਪਾਵਰਫੁਲ ਸਟੇਟਸ ਹੁੰਦੀਆਂ ਸੀਗੀਆਂ, ਉਹਨਾਂ ਨੂੰ ਇਸ ਸਮੇਂ ਦੇ ਵਿੱਚ ਮਹਾਜਨਪਦ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਨੈਕਸਟ ਹੈ ਜੀ ਦਾ ਬੁੱਧਿਸਟ ਐਂਡ ਜੈਨ ਲਿਟਰੇਚਰ ਗਿਵਨ ਦੇਅਰ ਨੰਬਰ ਆਫ 16 ਥਰੋ which they came to be known as ਸੋਦਾਸਾ ਜਨਪਦ। ਸੋ ਜੇ ਗੱਲ ਕਰੀਏ ਅਸੀਂ ਬੌਧ ਅਤੇ ਜੈਨ ਸਾਹਿਤ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਗਿਣਤੀ ਦੱਸੀ ਗਈ ਹੈਗੀ ਹੈ ਕਿ ਜਿਹੜੇ ਜਨਪਦ ਸੀਗੇ, ਮਹਾਜਨਪਦ, ਉਹ 16 ਸੀਗੇ। ਠੀਕ ਹੈ। ਸੋ ਇਸ ਲਈ ਇਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ, ਜਾਂ ਤਾਂ ਸੋਡਸ ਕਿਹਾ ਜਾਂਦਾ ਸੀ, ਜਾਂ ਜਨਪਦ ਜਿਹੜਾ ਇਹਨੂੰ ਕਿਹਾ ਜਾਂਦਾ ਸੀ, ਜਾਂ 16 ਜਨਪਦ ਜਿਹੜਾ ਇਹਨਾਂ ਨੂੰ ਕਿਹਾ ਜਾਂਦਾ ਸੀਗਾ। ਸੋ ਇਹਨਾਂ ਨਾਮ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਸੀ। ਇੰਪੋਰਟੈਂਟ ਆ, ਸੋ ਇਸ ਨੂੰ ਵੀ ਯਾਦ ਰੱਖਿਓ ਕਿ ਕਿੰਨੇ ਜਨਪਦ ਮਹਾਜਨਪਦ ਸੀਗੇ। ਤਾਂ 16 ਜਿਹੜੇ ਮੁੱਖ ਜਨਪਦ ਸੀਗੇ 600 ਈਸਵੀ ਪੂਰਵ ਤੋਂ ਲੈ ਕੇ 400 ਈਸਵੀ ਪੂਰਵ ਤੱਕ ਦੇ ਸਮੇਂ ਦੇ ਵਿੱਚ ਜਿਹੜਾ ਹੁੰਦਾ ਹੈਗਾ। ਦਾ ਮੋਰ ਇੰਪੋਰਟੈਂਟ ਅਮੰਗਸਟ ਦਿਸ ਪਰ ਕਾਸ਼ੀ, ਕੋਸ਼ਲਾ, ਆਂਗਾ, ਵਤਸਾ, ਅਵਤਨੀ, ਮਗਧਾ। ਸੋ ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜੀਆਂ ਇੰਪੋਰਟੈਂਟ ਮਹਾਜਨਪਦ ਸੀਗੇ ਉਹ ਸੀਗੇ ਕਾਸ਼ੀ, ਕੋਸ਼ਲਾ, ਅੰਗਾ, ਵਤਸਾ, ਅਵਤੀ ਐਂਡ ਮਗਧ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ। ਸੋ ਇਹ ਇੰਪੋਰਟੈਂਟ ਜਨਪਦ ਸੀਗੇ ਇਸ ਸਮੇਂ ਦੇ ਵਿੱਚ। ਦੇਅਰ ਕੈਪੀਟਲ ਵਰ ਲੋਕੇਟਡ ਇਟ ਵਾਰਾਣਸੀ, ਅਯੋਧਿਆ ਔਰ ਸਕੇਟਾ, ਚੰਪਾ, ਕੁਸਾਂਬੀ, ਉਜੈਨ ਐਂਡ ਰਾਜਗਰੀਆ ਰਿਸਪੈਕਟਿਵਲੀ। ਸੋ ਇਹਨਾਂ ਦੀਆਂ ਜਿਹੜੀਆਂ ਰਾਜਧਾਨੀਆਂ ਸੀਗੀਆਂ, ਕੈਪੀਟਲਸ ਸੀਗੀਆਂ ਜਿਹੜੀਆਂ ਉਹ ਕਰਮਵਾਰ ਇਹਨਾਂ ਦੇ ਵਿੱਚ ਸੀਗੀਆਂ। ਵਾਰਾਣਸੀ ਆ ਜਾਂਦੀ ਆ, ਅਯੋਧਿਆ ਆ ਗਈ ਆ, ਸੰਕੇਤ, ਚੰਪਾ, ਕੁਸਾਬੀ, ਉਜੈਨ ਅਤੇ ਰਾਜਗ੍ਰਹਿ ਸੀਗੇ ਜਿਹੜੇ ਉਹ ਇਸ ਸਮੇਂ ਦੇ ਵਿੱਚ ਫੇਮਸ ਜਿਹੜੀਆਂ ਕੈਪੀਟਲ ਸੀਗੀਆਂ ਇਹਨਾਂ ਹੀ ਸ਼ਹਿਰਾਂ ਦੀਆਂ ਜਿਹੜੀਆਂ ਅਸੀਂ ਪਹਿਲਾਂ ਪਰ ਜ਼ਿਕਰ ਕਰ ਚੁੱਕੇ ਹੈਗੇ। ਅਮੰਗਸਟ ਦਾ ਰਿਪਬਲਿਕਸ ਮਾਲਾ ਐਂਡ ਵਜੀ ਵਰ ਫੇਮਸ।
ਸੋ ਗਣਰਾਜਾਂ ਦੇ ਵਿੱਚ ਜੇਕਰ ਗੱਲ ਕਰੀਏ, ਰਿਪਬਲਿਕ ਦੇ ਵਿੱਚ ਗੱਲ ਕਰੀਏ, ਤਾਂ ਸਭ ਤੋਂ ਜਿਹੜੇ ਫੇਮਸ ਇਸ ਦੇ ਵਿੱਚ ਮਾਲਾ ਅਤੇ ਵੱਜੀ ਜਿਹੜੇ ਉਹ ਜ਼ਿਆਦਾ ਫੇਮਸ ਸੀਗੇ। ਇਹਨਾਂ ਦੇ ਵਿੱਚ ਦਾ ਵਾਜੀ ਰਿਪਬਲਿਕਨ ਕੰਪੇਅਰਡ ਆਫ 8 ਕਲੈਨਸ। ਸੋ ਵੱਜੀ ਸੀਗਾ ਜਿਹੜਾ ਉਹ 8 ਕਲੈਨਸ, ਮੀਨਿੰਗ ਜਿਹੜਾ ਕੁੱਲਾਂ ਜਿਹਨੂੰ ਅਸੀਂ ਜਾਂ ਕਹਿ ਦਿੰਦੇ ਹੈਗੇ ਹੈਗੇ, ਕੁੱਲ ਕਹਿ ਦਿੰਦੇ ਹੈਗੇ ਹੈਗੇ, ਉਹਨਾਂ ਦਾ ਇੱਕ ਸੰਗ੍ਰਹਿ ਸੀਗਾ ਵੱਜੀ ਰਿਪਬਲਿਕ। ਠੀਕ ਹੈ, ਗਣਤੰਤਰ ਜਿਹੜਾ ਵੱਜੀ ਸੀ ਉਹਦੇ ਵਿੱਚ 8 ਕੁੱਲਾਂ ਸੀਗੀਆਂ, ਉਹ ਤੋਂ ਮਿਲ ਕੇ ਇੱਕ ਜਿਹੜਾ ਇਹ ਗਣਰਾਜ ਬਣਿਆ ਸੀਗਾ ਮਲ ਦਾ। ਨੈਕਸਟ ਆਉਂਦਾ ਹੈਗਾ ਦਾ ਲਿਚਵੀਸ ਆਫ ਵਿਸਾਲੀ ਵਰ ਵਨ ਆਫ ਦਾ ਮੋਸਟ ਪਾਵਰਫੁਲ ਕਲੈਨਸ ਆਫ ਦਾ ਵੱਜੀ ਰਿਪਬਲਿਕਨ। ਸੋ ਵਿਸ਼ਾਲੀ ਦੇ ਜਿਹੜਾ ਲਿਛਵੀ ਵੱਜੀ ਸੰਘ ਦੀ ਇੱਕ ਮਹੱਤਵਪੂਰਨ ਜਿਹੜੀ ਕੁੱਲ ਸੀਗੀ, ਲਿਛਵੀ ਸੀਗੀ ਜਿਹੜੀ, ਠੀਕ ਹੈ, ਲਿਛਵੀ ਆਫ ਵਿਸਾਲੀ ਸੀਗੀ ਜਿਹੜੀ, ਉਹ ਕੀ ਸੀਗੀ, ਵੱਜੀ ਦੀ ਇੱਕ ਮਹੱਤਵਪੂਰਨ ਕੁੱਲ ਜਿਹਨੂੰ ਅਸੀਂ ਕਲੈਨਸ ਕਹਿੰਦੇ ਨੇ ਹੈਗੇ, ਉਹ ਸੀਗੀ। ਦਾ ਅਦਰ ਮਹਾਜਨਪਦ ਵਰ ਕੁਰੂ, ਪੰਚੂਲਾ, ਮਤਸਾਇਆ, ਸੁਰੇਸਨਾ, ਅਸਮਕਾ, ਚੇੜੀ ਐਂਡ ਗੰਦਾਰਾ ਐਂਡ ਕੰਬੋਜਾ। ਸੋ ਹੋਰ ਜਿਹੜੀਆਂ ਹੋਰ ਮੁੱਖ ਮਹਾਜਨਪਦ ਸੀਗੇ ਇਹਨਾਂ ਦੇ ਵਿੱਚੋਂ ਉਹ ਕੁਰੂ, ਪੰਚਾਲ, ਮਤਸ, ਸੂਰਸੇਨ, ਅਸਮਕ, ਚੇਦੀ, ਗਦਾਰ, ਕੰਬੋਜ ਸੀਗੀਆਂ ਜਿਹੜੀਆਂ ਇਸ ਸਮੇਂ ਦੇ ਵਿੱਚ ਫੇਮਸ ਸੀਗੀਆਂ। ਸੋ ਇਹ ਸਾਰੇ ਮਹਾਜਨਪਦ ਸੀ। ਦੀਜ਼ ਸਟੇਟਸ ਆਫਟਨ ਹੈਡ ਮੈਰਿਜ ਰਿਲੇਸ਼ਨਸ ਅਮੰਗਸਟ ਦੈਮ ਬਟ ਵਰ ਆਲਸੋ ਫਾਈਟਿੰਗ ਵਿਦ ਈਚ ਅਦਰ ਦਾ ਸੁਪਰਮੈਂਸੀ। ਸੋ ਇਹ ਇੱਕ ਦੂਸਰੇ ਨਾਲ ਜਿਹੜਾ ਇਹ ਮੈਰਿਜ ਵਾਲੇ ਰਿਲੇਸ਼ਨਸ ਉਹ ਰੱਖਦੇ ਸੀਗੇ, ਬਟ ਕੀ ਸੀਗਾ ਆਪਸ ਦੇ ਵਿੱਚ ਇਹ ਆਪਣੇ ਆਪ ਨੂੰ ਪਾਵਰਫੁਲ ਸ਼ੋਅ ਕਰਨ ਦੇ ਲਈ, ਸੁਪਰਮੈਂਸੀ ਸ਼ੋਅ ਕਰਨ ਦੇ ਲਈ ਆਪਸ ਦੇ ਵਿੱਚ ਲੜਾਈਆਂ ਝਗੜੇ ਜਿਹੜੇ ਉਹ ਕਰਦੇ ਰਹਿੰਦੇ ਸੀ, ਤਾਂ ਜੋ ਕਿ ਇੱਕ ਦੂਸਰੇ ਨਾਲ ਇਹ ਵੱਧ ਕੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਕਹਾ ਸਕਣ। ਸੋ ਨੈਕਸਟ ਹੈ ਦਾ 16 ਮਹਾਜਨਪਦ। ਸੋ ਜਿਹੜੀਆਂ ਮਹੱਤਵਪੂਰਨ ਨੇਗੇ 16 ਮਹਾਜਨਪਦ, ਇਹ ਜ਼ਰੂਰ ਯਾਦ ਰੱਖਿਓ। ਇਹ ਅਕਸਰ ਪੀ ਸਟੈਟ ਦੇ ਵਿੱਚ ਹੋ ਗਿਆ, ਚਾਹੇ ਮਾਸਟਰ ਗੇਟ ਹੋ ਗਿਆ, ਉਹਦੇ ਵਿੱਚ ਪੁੱਛੇ ਜਾਂਦੇ ਹੁੰਦੇ ਆ ਹਿਸਟਰੀ ਵਾਲੇ ਪਾਰਟਸ ਦੇ ਵਿੱਚ। ਸੋ 16 ਜਿਹੜੇ ਮਹਾਜਨਪਦ ਨੇ ਇਹਨਾਂ ਦੇ ਵਿੱਚ ਆਉਂਦਾ ਹੈਗਾ ਗਾ ਅੰਗ, ਕਾਸ਼ੀ, ਵੱਜੀ, ਚਾਂਦੀ, ਚੇਦੀ, ਕੁਰੂ, ਮਸ, ਅਸਮਕ, ਗੰਦਾਰ, ਮਗਧ, ਕੌਸ਼ਲ, ਮਲ, ਵਤਸ, ਪੰਚਾਲ, ਸੂਰਸੇਨ, ਅਵਤੀ ਐਂਡ ਕੰਪੋਜ। ਸੋ ਇਹ 16 ਜਿਹੜੇ ਮਹਾਜਨਪਦ ਸੀਗੇ ਜਿਹੜੇ ਕਿ ਇਸ ਸਮੇਂ ਦੇ ਵਿੱਚ ਸੀਗੇ 600 ਈਸਵੀ ਪੂਰਵ ਤੋਂ ਲੈ ਕੇ 400 ਈਸਵੀ ਪੂਰਵ ਦੇ ਵਿੱਚ ਜਨਪਦ ਜਿਹੜੇ ਕਾਲਕਾ ਹੁੰਦੇ ਹੈਗੇ ਨੇਗੇ। ਸੋ ਇਹ 16 ਨੇ, ਇਹ ਜ਼ਰੂਰ ਯਾਦ ਰੱਖਿਓ। ਅਕਸਰ ਹੀ ਪੁੱਛਿਆ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਕਿਹੜੇ ਸੀਗੇ, ਸਭ ਤੋਂ ਛੋਟਾ ਕਿਹੜਾ ਹੈ, ਸਭ ਤੋਂ ਵੱਡਾ ਕਿਹੜਾ ਸੀਗਾ, ਜਾਂ ਕਿਹੜੇ 16 ਸੀਗੇ। 4 ਪਾ ਕੇ ਉਹਨਾਂ ਦੇ ਵਿੱਚੋਂ ਇੱਕ ਆਪਸ਼ਨ ਜਿਹੜੇ ਅਲੱਗ ਵੀ ਪੁੱਛ ਸਕਦੇ ਹੈਗੇ ਨੇ, ਤਾਂ ਇਹ ਤੁਹਾਨੂੰ ਪੁੱਛਣ ਨਹੀਂ ਪੈ ਸਕਦੀ ਹੈਗੀ ਨੇ। ਸੋ ਨੈਕਸਟ ਆਉਂਦਾ ਹੈ ਮਹਾਜਨਪਦ ਦਾ ਜਿਹੜਾ ਮੈਪ ਹੈਗਾ ਗਾ, ਉਹ ਤੁਸੀਂ ਦੇਖ ਸਕਦੇ ਹੈਗੇ ਆ ਕਿ ਜਿਹੜਾ ਇਸ ਦਾ ਨਾਰਥ ਵੈਸਟਰਨ ਪਾਰਟ ਹੋ ਗਿਆ ਸੀਗਾ, ਈਸਟਰਨ ਪਾਰਟ ਹੋ ਗਿਆ ਇਸ ਦਾ, ਐਂਡ ਸੈਂਟਰਲ ਪਾਰਟ ਹੋ ਗਿਆ। ਇਸ ਪਾਰਟ ਦੇ ਵਿੱਚ ਇਹ ਸਾਰੇ ਮਹਾਜਨਪਦ ਸੀਗੇ, ਬਟ ਜਿਹੜਾ ਸਾਊਥ ਵਾਲਾ ਪਾਰਟ ਹੈ ਇਸ ਸੀਰੀਜ਼ ਦੇ ਵਿੱਚ ਕੋਈ ਵੀ ਜਿਹੜਾ ਜਨਪਦ ਆ ਉਹ ਮਹਾਜਨਪਦ ਨਹੀਂ ਮਿਲਦਾ ਸੀਗਾ। ਨੈਕਸਟ ਆ ਗਿਆ ਦ ਰਾਈਜ਼ ਆਫ ਮਗਧ। ਸੋ ਮਗਧ ਦਾ ਜਿਹੜਾ ਉਥਾਨ ਆ ਉਹ ਕਿਸ ਤਰੀਕੇ ਦੇ ਨਾਲ ਹੋਇਆ। ਅਮੰਗਸਟ ਆਲ ਦਾ ਮਹਾਜਨਪਦ ਮਗਧਾ, ਕੋਸ਼ਲਾ, ਬਾਸਾ, ਅਵਨਤੀ ਵਰ ਮੋਸਟ ਇੰਪੋਰਟੈਂਟ। ਸੋ ਸਾਰੇ ਜਨਪਦਾਂ ਦੇ ਵਿੱਚੋਂ ਜੇ ਗੱਲ ਕਰੀਏ, ਮਗਧ ਹੋ ਗਿਆ, ਕੌਸ਼ਲ ਹੋ ਗਿਆ, ਵਤਸ ਹੋ ਗਿਆ ਅਤੇ ਅਵਤੀ ਸੀ, ਉਹ ਜਿਹੜੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ। ਮਗਧ ਵਿੱਚ ਕੰਪੇਅਰਸ ਆਫ ਦਾ ਏਰੀਆ ਆਫ ਪਟਨਾ ਐਂਡ ਗਿਆ ਇਨ ਬਿਹਾਰ ਬਿਕਮ ਮੋਸਟ ਪਾਵਰਫੁਲ ਇਨ the time of its ruler Bimbisar of Haryaka dynasty। ਸੋ ਜਿਹੜੇ ਇਹ ਸਭ ਤੋਂ ਇੰਪੋਰਟੈਂਟ ਜਨਪਦ ਸੀਗੇ, ਮਗਧ ਸੀਗਾ, ਕੌਸ਼ਲਾ ਹੋ ਗਿਆ, ਵਾਸਾ ਹੋ ਗਿਆ, ਅਵਤੀ ਹੋ ਗਿਆ, ਠੀਕ ਹੈ, ਸਾਰੇ ਮੋਸਟ ਇੰਪੋਰਟੈਂਟ ਸੀਗੇ। ਬਟ ਮਗਧ ਸੀਗਾ ਜਿਹੜਾ ਉਹ ਸਾਰਿਆਂ ਦੇ ਵਿੱਚੋਂ ਹੀ ਜ਼ਿਆਦਾ ਜਿਹੜਾ ਸ਼ਕਤੀਸ਼ਾਲੀ ਸੀਗਾ, ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀਗਾ। ਜਿਹੜਾ ਮਗਧ ਸੀਗਾ ਉਹ ਬਿਹਾਰ ਪ੍ਰਾਂਤ ਦੇ ਗਿਆ ਅਤੇ ਪਟਨਾ ਦੇ ਇਲਾਕੇ ਦੇ ਵਿੱਚ ਸ਼ਾਮਲ ਆਉਂਦਾ ਸੀਗਾ। ਪਟਨਾ ਅਤੇ ਗਇਆ ਜਿਹੜਾ ਉਸ ਦੇ ਵਿੱਚ ਸ਼ਾਮਲ ਆਉਂਦਾ ਸੀਗਾ। ਔਰ ਇੱਥੇ ਜਿਹੜਾ ਹਰੀਅੰਕ ਵੰਸ਼ ਦੇ ਰਾਜਾ ਜਿਹੜਾ ਬਿੰਬੀਸਾਰ ਸੀਗਾ, ਉਸ ਦੇ ਰਾਜਕਾਲ ਦੇ ਵਿੱਚ ਇਹ ਸਭ ਤੋਂ ਵਧੇਰੇ ਵਧੇਰੇ ਸ਼ਕਤੀਸ਼ਾਲੀ ਰਿਹਾ ਹੈਗਾ। ਕਿਹਦੇ ਸਾਥ? ਬਿੰਬੀਸਾਰ ਹਰਿਅੰਕ ਸੀਗਾ ਜਿਹੜਾ ਵੰਸ਼ ਦਾ ਜਿਹੜਾ ਡਾਇਨੈਸਟੀ ਮਤਲਬ ਵੰਸ਼ ਸੀਗਾ, ਉਸ ਸਮੇਂ ਸਭ ਤੋਂ ਵਧੇਰੇ ਜਿਹੜਾ ਸ਼ਕਤੀਸ਼ਾਲੀ ਰਿਹਾ ਹੈਗਾ। ਹੀ ਰੂਲਡ ਫਰੋਮ 543 to 492 BC and was contemporary of the Buddha। ਸੋ ਬਿੰਬੀਸਾਰ ਨੇ ਜਿਹੜਾ 543 ਤੋਂ ਲੈ ਕੇ 492 ਈਸਵੀ ਪੂਰਵ ਤੇ ਕਿਹੜਾ ਇਸ ਦੇ ਉੱਪਰ ਰਾਜ ਕੀਤਾ ਸੀਗਾ,
ਮਗਧ ਦੇ ਉੱਪਰ, ਠੀਕ ਹੈ। ਅਤੇ ਇਹ ਜਿਹੜਾ ਬਿੰਬਿਸਾਰ ਸੀਗਾ ਇਹ ਕੀ ਸੀਗਾ, ਬੁੱਧਾ ਦਾ ਜਿਹੜਾ ਸਮਕਾਲੀ ਸੀਗਾ, ਕੰਟੈਂਪਰੇਰੀ ਸੀਗਾ, ਠੀਕ ਹੈ, ਦਾ ਸਮਕਾਲੀ ਸੀਗਾ। ਹਿਜ ਕੈਪੀਟਲ ਸਿਟੀ ਵਾਸ ਰਾਜਗ੍ਰਿਹਾ, ਰਾਜਗ੍ਰਿਹਾ ਨੀਅਰ ਨਾਲੰਦਾ। ਸੋ ਇਸ ਦੀ ਜਿਹੜੀ ਕੈਪੀਟਲ ਸੀਗੀ ਮਗਧ ਦੀ ਉਹ ਕਿਹੜੀ ਸੀਗੀ, ਰਾਜਗ੍ਰਿਹਾ ਸੀ, ਜਿਹੜੀ ਕਿ ਨਾਲੰਦਾ ਦੇ ਨੇੜੇ ਸੀ। ਇਹ ਪੁਆਇੰਟ ਜ਼ਰੂਰ ਨੋਟ ਕਰਿਓ ਕਿ ਮਗਧ ਦੀ ਜਿਹੜੀ ਰਾਜਧਾਨੀ ਕਿਹੜੀ ਸੀਗੀ, ਠੀਕ ਹੈ। ਤਾਂ ਉਸ ਦੀ ਜਿਹੜੀ ਰਾਜਧਾਨੀ ਉਹ ਰਾਜਗ੍ਰਿਹਾ ਸੀਗੀ, ਜਿਹੜੀ ਕਿ ਨਾਲੰਦਾ ਦੇ ਨੇੜੇ ਸੀਗੀ। His son Ajatasattu expand the kingdom by defeating Kasi। ਸੋ ਉਸਦਾ ਜਿਹੜਾ ਪੁੱਤਰ ਸੀਗਾ ਜਿਹਦਾ ਨਾਂ ਅਜਾਤ ਸ਼ਤਰੂ ਸੀਗਾ ਨੇ, ਠੀਕ ਹੈ, ਕਾਸ਼ੀ ਅਤੇ ਕੌਸ਼ਲ ਅਤੇ ਵਿਸ਼ਾਲੀ ਨੂੰ ਹਰਾ ਕੇ ਆਪਣੇ ਰਾਜ ਜਿਹੜਾ ਉਹ ਵਿਸਤਾਰ ਕੀਤਾ ਸੀ, ਐਕਸਪੈਂਡ ਕੀਤਾ ਸੀਗਾ। ਕਿਸ ਨੂੰ ਹਰਾ ਕੇ, ਕਾਸ਼ੀ ਕੌਸ਼ਲ ਐਂਡ ਵਿਸ਼ਾਲੀ ਮੇਡ ਪਾਟਲੀਪੁੱਤਰ ਵਾਜ਼ ਹਿਜ਼ ਨਿਊ ਕੈਪੀਟਲ। ਸੋ ਉਸ ਨੂੰ ਹਰਾ ਕੇ ਉਸਨੇ ਕੀ ਹੈਗੀ ਇੱਕ ਨਵੀਂ ਜਿਹੜੀ ਆਪਣੀ ਰਾਜਧਾਨੀ ਬਣਾਈ ਸੀਗੀ ਪਾਟਲੀਪੁੱਤਰ। ਸੋ ਜਿਹਨੂੰ ਅੱਜ ਪ੍ਰੈਜ਼ੈਂਟ ਟਾਈਮ ਦੇ ਵਿੱਚ ਪਟਨਾ ਕਹਿੰਦਾ ਹੈ, ਇਹ ਇੰਪੋਰਟੈਂਟ ਹੈ। ਸੋ ਅੱਜ ਪ੍ਰੈਜ਼ੈਂਟ ਜਿਹੜਾ ਪਾਟਲੀਪੁੱਤਰ ਉਹਨੂੰ ਅੱਜ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੀ ਕਹਿੰਦੇ, ਕੁਐਸਚਨ ਬਹੁਤ ਵਾਰ ਆਇਆ, ਇਸ ਨੂੰ ਜ਼ਰੂਰ ਨੋਟ ਕਰੋ। ਤਾਂ ਉਹਨੂੰ ਪਟਨਾ ਕਹਿੰਦਾ ਹੈ ਅੱਜ ਦੇ ਸਮੇਂ ਦੇ ਵਿੱਚ। ਸੋ ਇਹ ਨਵੀਂ ਕੈਪੀਟਲ ਬਣਾਈ ਸੀਗੀ ਮਗਧ ਦੀ। From that times onward, Magadha remained the most powerful state and gradually Magadha became a big empire। ਸੋ ਪਾਟਲੀਪੁੱਤਰ ਜਿਹੜੀ ਉਹ ਰਾਜਧਾਨੀ ਬਣਾਤੀ ਸੀ ਅਤੇ ਉਸ ਸਮੇਂ ਤੋਂ ਲੈ ਕੇ ਜਿਹੜਾ ਮਗਧ ਇੱਕ ਸ਼ਕਤੀਸ਼ਾਲੀ ਰਾਜ ਦੇ ਵਿੱਚ ਡਿਵੈਲਪ ਹੋ ਚੁੱਕਿਆ ਸੀਗਾ, ਠੀਕ ਹੈ। ਅੱਗੇ ਉਹ ਪੂਰਾ ਐਕਸਪੈਂਡ ਹੋ ਚੁੱਕਿਆ ਸੀਗਾ, ਪਾਵਰਫੁਲ ਸਟੇਟ ਜਿਹੜੀ ਉਹ ਬਣ ਚੁੱਕਿਆ ਸੀਗਾ। ਅਜਾਤਸ਼ਤਰੂ ਰੂਲਡ ਫਰੋਮ 492 ਟੂ 460 BC। ਸੋ ਅਜਾਤ ਸ਼ਤਰੂ ਸੀਗਾ ਜਿਹੜਾ ਉਹਨੇ ਰਾਜ ਕੀਤਾ ਸੀਗਾ ਮਗਧ ਦੇ ਉੱਪਰ 492 ਤੋਂ ਲੈ ਕੇ 460 BC ਤੱਕ। ਆਫਟਰ ਹਿਜ ਡੈਥ ਟੂ ਮੋਰ ਡਾਇਨੈਸਟੀ ਸਿਸੁੰਗਾ ਐਂਡ ਨੰਦਾ ਰੂਲਡ ਓਵਰ ਦਾ ਮਗਧਾ। ਸੋ ਅਜਾਤ ਸ਼ਤਰੂ ਤੋਂ ਬਾਅਦ ਜਿਹੜੇ ਇਸ ਮਗਧ ਦੇ ਉੱਪਰ ਜਿਹੜਾ ਰਾਜ ਕੀਤਾ ਹੈ, ਰੂਲ ਕੀਤਾ, ਉਹ ਕਿਸ ਨੇ ਕੀਤਾ ਹੈ, ਸ਼ਿਸ਼ੂਨਾਗ ਨੇ ਕੀਤਾ ਹੈਗਾ ਅਤੇ ਨੰਦਾ ਨੇ ਜਿਹੜਾ ਇਸ ਦੇ ਉੱਪਰ ਰਾਜ ਕੀਤਾ ਸੀਗਾ। ਦਾ Haryana dynasty was succeeded by the Shishunaga dynasty in the 414 BC। ਸੋ 414 ਈਸਵੀ ਦੇ ਵਿੱਚ ਜਿਹੜਾ ਸ਼ਿਸ਼ੂਨਾਗ ਨੇ ਹਰਿੰਗ ਵੰਸ਼ ਦੇ 'ਤੇ ਜਿੱਤ ਪ੍ਰਾਪਤ ਕੀਤੀ ਸੀਗੀ, ਠੀਕ ਹੈ। ਉਸ ਦੇ ਉੱਪਰ ਆਪਣੀ ਜਿਹੜੀ ਉਹਨੇ ਜਿੱਤ ਪ੍ਰਾਪਤ ਕਰ ਲਿੱਤੀ 414 BC ਦੇ ਵਿੱਚ, ਠੀਕ ਹੈ। ਦ ਸ਼ਿਸ਼ੂਨਾਗ ਵਾਸ ਓਵਰਥਰੋ ਬਾਏ ਦਾ ਨੰਦਾਸ। ਸੋ ਨੰਦਾ ਨੇ ਜਿਹੜਾ ਸ਼ਿਸ਼ੂਨਾਗ ਵੰਸ਼ ਦੇ ਉੱਪਰ ਜਿਹੜੀ ਉਹ ਜਿੱਤ ਪ੍ਰਾਪਤ ਕਰ ਲੈਤੀ ਸੀਗੀ। ਮਹਾਪਦਮ ਨੰਦਾ ਵਾਜ਼ ਮੋਸਟ ਫੇਮਸ ਰੂਲਰਸ ਆਫ ਦਾ ਨੰਦਾ ਡਾਇਨੈਸਟੀ। ਸੋ ਮਹਾਪਦਮ ਨੰਦ ਜਿਹੜਾ ਉਹ ਨੰਦ ਵੰਸ਼ ਦਾ ਪ੍ਰਸਿੱਧ ਰਾਜਾ ਸੀਗਾ, ਠੀਕ ਹੈ। ਐਂਡ ਦ ਨੰਦਾਸ ਬਰੋਡ ਦਾ ਐਂਟਰੀ ਗੰਗੇਟਿਕ ਪਲੇਨਸ ਅੰਡਰ ਦਾ ਕੰਟਰੋਲ ਦੇਅਰ ਕੰਟਰੋਲ। ਸੋ ਨੰਦ ਰਾਜਿਆਂ ਨੇ ਜਿਹੜਾ ਸਾਰਾ ਗੰਗਾ ਦਾ ਮੈਦਾਨ ਆ ਉਹ ਆਪਣੇ ਅਧੀਨ ਕਰ ਲਿੱਤਾ ਸੀਗਾ, ਉਹਨਾਂ ਨੇ ਸ਼ਿਸ਼ੂਨਾਗ ਨੂੰ ਜਿਹੜਾ ਹਰਾ ਕੇ। ਸੋ ਨੈਕਸਟ ਆਉਂਦਾ ਸੋ ਨੰਦਾ ਬਾਰੇ। ਤਾਂ ਨੰਦਾ ਵਾਜ਼ ਦਾ ਲਾਸਟ ਕਿੰਗ, ਠੀਕ ਹੈ। ਸੋ ਜਿਹੜਾ ਨੰਦਾ ਸੀਗਾ ਉਹ ਲਾਸਟ ਕਿੰਗ ਸੀਗਾ, ਨੰਦ ਰਾਜਾ ਸੀਗਾ ਯਾਨੀ ਕਿ, ਠੀਕ ਹੈ। ਹੀ ਵਾਜ਼ ਕ੍ਰੈਡਿਟਡ ਵਿਦ ਦਾ ਹੈਵਿੰਗ ਐਨ ਆਰਮੀ ਆਫ 2 ਲੱਖ ਇਨਫੈਂਟਰੀਜ਼ ਐਂਡ 20,000 cavalry, 3,000 ਐਲੀਫੈਂਟਸ ਐਂਡ 2,000 ਚੈਰਿਟਸ। ਸੋ ਜਿਹੜਾ ਉਸਦੇ ਕੋਲ ਨੰਦ ਜਿਹੜਾ ਅਖੀਰਲਾ ਨੰਦ ਰਾਜਾ ਸੀ, ਉਸਦੇ ਕੋਲ 2 ਲੱਖ ਪੈਦਲ ਸੈਨਾ ਸੀਗੀ ਅਤੇ 20,000 ਜਿਹੜੇ ਘੋੜਸਵਾਰ ਸੀਗੇ ਅਤੇ 3,000 ਹਾਥੀ ਸੀਗੇ ਉਹਦੇ ਕੋਲ ਅਤੇ 2,000 ਜਿਹੜੇ ਰੱਥ ਉਸਦੇ ਕੋਲ ਰੱਖੇ ਹੋਏ ਸੀਗੀ। ਵਿਦ ਆਲ ਹਿਜ਼ ਮਿਲਟਰੀ ਸਟਰੈਂਥ ਹਿਜ਼ ਲੈਕਡ ਪੋਪੂਲਰਿਟੀ। ਸੋ ਉਹਦੇ ਕੋਲ ਇੰਨੀ ਜ਼ਿਆਦਾ ਸੰਖਿਆ ਹੋਣ ਦੇ ਬਾਵਜੂਦ ਵੀ ਉਹ ਪ੍ਰਜਾ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਉਹ ਪਾਪੂਲਰ ਨਹੀਂ ਹੋ ਸਕਿਆ ਸੀਗਾ, ਡਿਊ ਟੂ ਹਿਜ਼ ਲਵ ਆਫ ਵੈਲਥ ਵਿਚ ਹੀ ਅਕੂਮੂਲੇਟਡ ਬਾਈ ਮੀਨਸ ਆਫ ਐਕਸਟੈਂਸਿਵ ਟੈਕਸੇਸ਼ਨ ਆਫ ਹਿਜ਼ ਪੀਪਲ। ਸੋ ਇਸ ਕਰਕੇ ਉਹ ਫੇਮਸ ਨਹੀਂ ਹੋ ਸਕਿਆ ਸੀਗਾ ਕਿਉਂਕਿ ਉਸ ਦਾ ਜਿਹੜਾ ਮੂੰਹ ਸੀਗਾ ਜ਼ਿਆਦਾ ਉਹ ਧਨ ਦੇ ਨਾਲ ਸੀਗਾ, ਪੈਸੇ ਦੇ ਨਾਲ ਸੀਗਾ। ਉਹਨੇ ਲੋਕਾਂ ਦੇ ਉੱਪਰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਟੈਕਸ ਲਗਾਇਆ ਸੀਗਾ, ਇਸ ਕਰਕੇ ਜਿਹੜੀ ਉੱਥੋਂ ਦੀ ਪ੍ਰਜਾ ਸੀਗੀ, ਉੱਥੋਂ ਦੇ ਲੋਕ ਸੀਗੇ ਜਿਹੜੇ ਉਹ ਨੰਦ ਰਾਜੇ ਦੇ ਨਾਲ ਕੀ ਹੈਗਾ ਨਫ਼ਰਤ ਕਰਦੇ ਸੀ, ਘਿਰਣਾ ਕਰਦੇ ਸੀ ਅਤੇ ਉਸ ਨੂੰ ਲਾਈਕ ਜਿਹੜਾ ਉਹ ਨਹੀਂ ਕਰਦੇ ਸੀਗੇ। ਨੈਕਸਟ ਹੈ ਜੀ ਦਾ ਪੋਲੀਟੀਕਲ ਲਾਈਫ ਐਂਡ ਐਡਮਿਨਿਸਟ੍ਰੇਟਿਵ। ਸੋ ਰਾਜਨੀਤਿਕ ਜੀਵਨ ਅਤੇ ਸ਼ਾਸਨ ਪ੍ਰਬੰਧ ਜਿਹੜਾ ਉਹ ਕਿਸ ਤਰ੍ਹਾਂ ਦਾ ਸੀਗਾ ਇਸ ਸਮੇਂ ਦੇ ਦੌਰਾਨ।
Several big cities known as Puras, Nagars and Mahanagars came into extensions during this period. ਸੋ ਇਸ ਕਾਲ ਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਸ਼ਹਿਰਾਂ ਦੀ ਜਿਹੜੀ ਸਥਾਪਨਾ ਹੋ ਚੁੱਕੀ ਸੀਗੀ, ਜਿਨ੍ਹਾਂ ਨੂੰ ਪੁਰ ਕਿਹਾ ਜਾਂਦਾ ਸੀਗਾ, ਨਗਰ ਕਿਹਾ ਜਾਂਦਾ ਸੀਗਾ ਜਾਂ ਮਹਾਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਇਸ ਸਮੇਂ ਦੇ ਵਿੱਚ। ਵਾਰਾਣਸੀ, ਰਾਜਗ੍ਰਹਿ, ਸਰਾਵਸਤੀ, ਕੋਸ਼ਾਬੀ, ਵੈਸ਼ਾਲੀ, ਚੰਪਾ, ਉਜੈਨੀ, ਤਕਸ਼ਿਲਾ, ਅਯੋਧਿਆ, ਮਥੁਰਾ, ਪਾਟਲੀਪੁੱਤਰ ਵਰ ਸਮ ਆਫ ਦੇਮ। ਸੋ ਇਹ ਜਿਹੜੇ ਫੇਮਸ ਸ਼ਹਿਰ ਸੀਗੇ, ਇਹਨਾਂ ਦੇ ਵਿੱਚ ਵਾਰਾਣਸੀ ਹੋ ਗਿਆ, ਰਾਜਗ੍ਰਹਿ ਹੋ ਗਿਆ, ਸਾਰਾਵਸਤੀ ਹੋ ਗਿਆ, ਕੋਸ਼ਾਬੀ, ਵੈਸ਼ਾਲੀ, ਚੰਪਾ, ਉਜੈਨੀ, ਤਕਸ਼ਿਲਾ, ਇਹ ਜਿਹੜੇ ਪ੍ਰਸਿੱਧ ਨਗਰ ਉਸ ਸਮੇਂ ਦੇ ਵਿੱਚ ਸੀਗੇ। ਬਿਕਾਜ਼ ਆਫ ਦਾ ਐਮਰਜੈਂਸ of cities, this period is also known as the period of second urbanization, the first being the most that of the Indus civilization। ਸੋ ਇਸੇ ਕਰਕੇ ਜਦੋਂ ਇੱਥੇ ਇੰਨੇ ਜ਼ਿਆਦਾ ਜਿਹੜੇ ਸ਼ਹਿਰ ਨਗਰੀਕਰਨ ਹੋ ਚੁੱਕਿਆ ਸੀ, ਇਸੇ ਕਰਕੇ ਇਸ ਨੂੰ ਸੈਕੰਡ ਅਰਬਨਾਈਜੇਸ਼ਨ ਵੀ ਕਿਹਾ ਜਾਂਦਾ ਹੈਗਾ ਗਾ। ਔਰ ਫਸਟ ਜਿਹੜਾ ਸੀਗਾ ਉਹ ਇੰਡਸ ਸਿਵਲਾਈਜੇਸ਼ਨ ਹੈ, ਜਿਹਦੇ ਵਿੱਚ ਪਹਿਲਾ ਜਿਹੜਾ ਨਗਰੀਕਰਨ ਵਿਵਸਥਿਤ ਹੋਇਆ ਸੀ। ਇਹ ਜ਼ਰੂਰ ਯਾਦ ਰੱਖਿਓ, ਇੰਪੋਰਟੈਂਟ ਕੁਐਸਚਨ ਹੈ ਕਿ ਸੈਕੰਡ ਅਰਬਨਾਈਜੇਸ਼ਨ ਜਿਹੜਾ ਨਗਰ ਆ ਕਾਲ ਹੈ ਜਿਹੜਾ ਉਹ ਕਿਸ ਨੂੰ ਕਿਹਾ ਜਾਂਦਾ ਹੈ। 400 ਤੋਂ ਲੈ ਕੇ ਜਿਹੜਾ 600 ਤੋਂ ਲੈ ਕੇ 400 BC ਤੱਕ ਦਾ ਜਿਹੜਾ ਸਮਾਂ ਹੈਗਾ ਉਸ ਨੂੰ ਸੈਕੰਡ ਅਰਬਨਾਈਜੇਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਦ ਕਿੰਗ ਬਿਕਮ ਵੈਰੀ ਪਾਵਰਫੁਲ ਡੂਰਿੰਗ ਦਿਸ ਪੀਰੀਅਡ। ਸੋ ਇਸ ਸਮੇਂ ਦੇ ਵਿੱਚ ਜਿਹੜਾ ਰਾਜਾ ਸੀ ਉਹ ਬਹੁਤ ਹੀ ਜ਼ਿਆਦਾ ਪਾਵਰਫੁਲ ਹੋ ਚੁੱਕਿਆ ਸੀ। ਹੀ ਲੀਡ ਦਾ ਆਰਮੀ ਇਨ ਵਾਰ ਐਂਡ ਲਿਵਡ ਟੈਕਸਸ ਫਰੋਮ ਦਾ ਸਟੇਟ ਐਂਡ ਆਲਸੋ ਇੰਪੋਰਟਡ ਜਸਟਿਸ। ਸੋ ਉਹ ਲੜਾਈ ਸਮੇਂ ਜਿਹੜਾ ਸੈਨਾ ਦੀ ਅਗਵਾਈ ਕਰਦਾ ਸੀਗਾ ਅਤੇ ਰਾਜ ਦੇ ਉੱਤੇ ਜਿਹੜਾ ਉਹ ਟੈਕਸ ਲਗਾਉਂਦਾ ਸੀਗਾ ਅਤੇ ਨਾਲ ਹੀ ਜਿਹੜਾ ਉਹ ਨਿਆਂ ਦਾ ਜਿਹੜਾ ਪ੍ਰਬੰਧ ਆ ਉਹ ਵੀ ਕਰਦਾ ਹੁੰਦਾ ਸੀਗਾ। ਠੀਕ ਹੈ, ਟੈਕਸ ਵੀ ਲਗਾਉਂਦਾ ਹੁੰਦਾ ਸੀਗਾ, ਆਰਮੀ ਦੇ ਉੱਪਰ ਉਹ ਜਿਹੜਾ ਸੈਨਾ ਦੇ ਵਿੱਚ ਜਿਹੜੀ ਉਹ ਅਗਵਾਈ ਵੀ ਕਰਦਾ ਹੁੰਦਾ ਸੀ। ਹੀ ਲੁਕਡ ਆਫਟਰ ਐਡਮਿਨਿਸਟ੍ਰੇਸ਼ਨ ਵਿਦ ਦਾ ਹੈਲਪ ਆਫ ਸੈਵਰਲ ਆਫੀਸ਼ੀਅਲਸ। ਹੀ ਹੈਡ ਏ ਕਾਊਂਸਲ ਆਫ ਮਿਨਿਸਟਰ ਕਾਲ ਮੰਤਰੀ ਪ੍ਰੀਸ਼ਦ ਐਂਡ ਮਿਨਿਸਟਰ ਵਰ ਨੋਨ ਇਜ਼ ਅਮੈਤਿਅਸ ਐਂਡ ਮੰਤਰੀਸ। ਸੋ ਰਾਜਾ ਜਿਹੜਾ ਸ਼ਾਸਨ ਪ੍ਰਬੰਧ ਲਈ ਕਈ ਤਰ੍ਹਾਂ ਦੀ ਜਿਹੜੇ ਉਹ ਆਪਣੇ ਅਧਿਕਾਰੀ ਜਿਹੜੇ ਉਹ ਰੱਖਦਾ ਹੁੰਦਾ ਸੀਗਾ। ਠੀਕ ਹੈ, ਔਰ ਇਸੇ ਸਿਸਟਮ ਨੂੰ ਜਿਹਦੇ ਅੰਡਰ ਕੀ ਹੈ, ਰਾਜਾ ਆਪਣੇ ਅੰਡਰ ਕਾਫੀ ਜਿਹੜੇ ਆਫੀਸ਼ੀਅਲ ਜਿਹੜੇ ਵਿਅਕਤੀ ਰੱਖਦਾ ਸੀ, ਉਹਨਾਂ ਨੂੰ ਮੰਤਰੀ ਪ੍ਰੀਸ਼ਦ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਅਤੇ ਮੰਤਰੀਆਂ ਨੂੰ ਜਿਹੜਾ ਉਸ ਸਮੇਂ ਦੇ ਵਿੱਚ ਅਮੈਤਿਅਸ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਜਾਂ ਮੰਤਰੀ ਕਿਹਾ ਜਾਂਦਾ ਸੀਗਾ, ਦੋਨਾਂ ਨਾਮ ਦੇ ਨਾਲ ਜਾਣਿਆ ਜਾਂਦਾ। ਸੋ ਇਹ ਵੀ ਜ਼ਰੂਰੀ ਹੈ, ਇਹ ਇੰਪੋਰਟੈਂਟ ਹੈਗਾ, ਵਿੱਚ ਇਹ ਵੀ ਯਾਦ ਰੱਖਿਓ ਕਿ ਇਸ ਸਮੇਂ ਦੇ ਵਿੱਚ ਜਿਹੜਾ ਮੰਤਰੀਆਂ ਨੂੰ ਕਿਸ ਨਾਮ ਦੇ ਨਾਲ ਹੈ ਤਾਂ ਅਮੈਤਿਅਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਸੋ ਇਹਨਾਂ ਦੇ ਵਿੱਚੋਂ ਫੇਮਸ ਜਿਹੜੇ ਪ੍ਰਮੁੱਖ ਜਿਹੜੇ ਵਿਅਕਤੀ ਸੀਗੇ, ਪੁਰੋਹਿਤਾ ਜਿਹੜੇ ਕਿ ਰਿਲੀਜੀਅਸ ਐਡਵਾਈਜ਼ਰ ਹੁੰਦੇ ਸੀਗੇ। ਠੀਕ ਹੈ, ਸੈਨਾਪਤੀ ਹੁੰਦੇ ਸੀ, ਕਮਾਂਡਰ ਇਨ ਚੀਫ ਹੁੰਦੇ ਸੀਗੇ ਐਂਡ ਇਹਨਾਂ ਦੇ ਵਿੱਚੋਂ ਨੈਕਸਟ ਆਉਂਦਾ ਹੈ ਸੰਗ੍ਰਹਿਤ ਜਿਹੜੇ ਕਿ ਖਜ਼ਾਨਚੀ ਹੁੰਦੇ ਸੀ, ਜਿਹਨੂੰ ਟਰੈਜ਼ਰ ਕਿਹਾ ਜਾਂਦਾ ਸੀਗਾ। ਚੇਰਾ ਜਿਹੜੇ ਕਿ ਸਪਾਈਸਿਸ ਹੁੰਦੇ ਸੀਗੇ ਜਿਹਨੂੰ ਕਿ ਜਾਸੂਸ ਕਿਹਾ ਜਾਂਦਾ ਹੈ ਐਂਡ ਗ੍ਰਾਮੀਣ ਜਿਹੜੇ ਬੈਲਸ ਦੇ ਹੈਡਮੈਨ ਹੁੰਦੇ ਸੀਗੇ। ਸੋ ਇਹ ਇੰਪੋਰਟੈਂਟ ਜਿਹੜੇ ਆਫੀਸ਼ੀਅਲ ਅਫਸਰ ਹੁੰਦੇ ਸੀਗੇ ਜਿਹੜੇ ਕਿ ਰਾਜੇ ਦੇ ਹੈਲਪ ਕਰਦੇ ਹੁੰਦੇ ਸੀਗੇ ਵੱਖ-ਵੱਖ ਕੰਮਾਂ ਦੇ ਵਿੱਚ। ਨੈਕਸਟ ਆਉਂਦਾ ਹੈ ਸੋਸ਼ਲ ਲਾਈਫ ਜਿਹੜੀ ਉਹ ਕਿਸ ਤਰ੍ਹਾਂ ਦੀ ਸੀਗੀ ਇਸ ਸਮੇਂ ਦੇ ਵਿੱਚ। ਦ ਸੋਸਾਇਟੀ ਵਾਸ ਪ੍ਰਾਇਮਰਲੀ ਡਿਵਾਈਡਡ ਇਨਟੂ 4 ਕਾਸਟਸ। ਸੋ ਇਸ ਸਮੇਂ ਦੇ ਵਿੱਚ ਵੀ ਜਿਹੜੀ ਸੋਸਾਇਟੀ ਸੀਗੀ ਉਹ 4 ਕਾਸਟਾਂ ਦੇ ਵਿੱਚ ਡਿਵਾਈਡ ਸੀਗੀ। ਬ੍ਰਾਹਮਣਸ ਹੋ ਗਏ, ਕਸ਼ਤਰੀਸ ਹੋ ਗਏ, ਵੈਸ਼ਯ ਹੋ ਗਏ ਐਂਡ ਸ਼ੂਦਰਸ ਹੋ ਗਏ। ਸੋ ਇਹਨਾਂ ਕਾਸਟਾਂ ਦੇ ਵਿੱਚ ਇਹ ਡਿਵਾਈਡ ਸੀ। ਬਿਸਾਈਡ ਦਿਸ ਦੇਅਰ ਵਰ ਸੈਵਰਲ ਸਬ ਕਾਸਟਸ ਬੇਸਡ ਔਨ ਦਾ ਪ੍ਰੋਫੈਸ਼ਨ ਸਚ ਐਜ ਏ ਕਾਰਪੈਂਟਰਸ, ਬਲੈਕਸਮਿਥਸ, chariots, markers and goldsmiths, potters and oil pressers and so on। ਸੋ ਇਸ ਸਮੇਂ ਦੇ ਵਿੱਚ ਜਿਹੜੀ ਆ ਉਹ ਕਾਸਟ ਸਿਸਟਮ ਸੀਗੇ, 4 ਜਾਤੀਆਂ ਦੇ ਵਿੱਚ ਵੰਡਿਆ ਹੋਇਆ ਸੀਗਾ ਸਮਾਜਿਕ ਜਿਹੜਾ ਇੱਥੋਂ ਦਾ ਸਿਸਟਮ ਸੀਗਾ। ਔਰ ਜਿਹੜੀ ਲੋਕ ਸੀਗੇ ਉਹ ਪ੍ਰੋਫੈਸ਼ਨਲ ਦੇ ਤੌਰ ਦੇ ਉੱਪਰ ਜਿਹੜੀਆਂ ਇਹ ਕਾਸਟਾਂ ਵੰਡੀਆਂ ਹੋਈਆਂ ਸੀਗੀਆਂ, ਜਿਵੇਂ ਕਿ ਤਰਖਾਣ ਹੋ ਗਏ, ਲੁਹਾਰ ਹੋ ਗਏ, ਰਥਕਾਰ ਹੋ ਗਏ, ਸੁਨਿਆਰ ਹੋ ਗਏ, ਘੁਮਿਆਰ ਅਤੇ ਤੇਲੀ। ਇਹ ਸਾਰੇ ਦੇ ਸਾਰੇ ਇਹਨਾਂ ਕੰਮਾਂ ਦੇ ਆਧਾਰ ਦੇ ਉੱਪਰ ਕੀ ਸੀਗੀ ਉਹ ਡਿਪੈਂਡ ਕਰਦੇ ਸੀ ਔਰ ਇਹਨਾਂ ਦੇ ਆਧਾਰ 'ਤੇ ਉਹਨਾਂ ਦੀ ਜਿਹੜੀ ਕਾਸਟ ਆ ਉਹ ਨਿਰਧਾਰਿਤ ਕਰ ਦਿੱਤੀ ਹੁੰਦੀ ਸੀਗੀ। ਅਨਫੋਰਚੂਨੇਟਲੀ the flexibility in the caste system of the Vedic times was no longer there and the caste was determined by birth। ਸੋ ਵੈਦਿਕ ਕਾਲ ਦੇ ਮੁਕਾਬਲੇ ਦੇ ਜਿਹੜੇ ਇਸ ਸਮੇਂ ਦੇ ਵਿੱਚ ਜਿਹੜੀ ਉਹ ਜਾਤੀ ਸਿਸਟਮ ਸੀਗਾ, ਜਿਹੜਾ ਕਾਸਟ ਸਿਸਟਮ ਸੀਗਾ ਉਹ ਕੀ ਹੋ ਗਿਆ ਗਾ, ਕਠੋਰ ਹੋ ਗਿਆ ਸੀਗਾ ਪਹਿਲਾਂ ਦੇ ਨਾਲੋਂ। ਬਟ ਵੈਦਿਕ ਸਿਸਟਮ ਦੇ ਵਿੱਚ ਜਿਹੜਾ ਉਹ ਕੰਮ ਦੇ ਆਧਾਰ 'ਤੇ ਹੁੰਦੇ ਸੀ, ਉੱਥੇ ਜਿਹੜੀ ਕਾਸਟ ਸਿਸਟਮ ਆ ਉਹ ਕਠੋਰ ਨਹੀਂ ਹੁੰਦੀ ਸੀਗੀ। ਇੱਕ ਵਚਨ ਵੀ ਇੰਪੋਰਟੈਂਟ ਹੈ, ਯਾਦ ਰੱਖਿਓ।
ਔਰ ਬਟ ਇਸ ਸਮੇਂ ਦੇ ਵਿੱਚ ਆ ਕੇ ਕੀ ਹੈਗਾ ਗਾ, ਉਹ ਕਾਸਟ ਸਿਸਟਮ ਜਿਹੜਾ ਉਹ ਥੋੜ੍ਹਾ ਜਿਹਾ ਕਠੋਰ ਹੋ ਗਿਆ ਸੀਗਾ, and the position of the Shudras had become degraded and the pitiable. Buddha preached against the caste system. ਸੋ ਇਸ ਸਮੇਂ ਦੇ ਵਿੱਚ ਜਿਹੜੀ ਸ਼ੂਦਰਾਂ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਉਹਨਾਂ ਦਾ ਸਮਾਜਿਕ ਦਰਜਾ ਸੀਗਾ ਜਿਹੜਾ ਉਹ ਵੀ ਬਹੁਤ ਖਰਾਬ ਹੋ ਗਿਆ ਸੀਗਾ। ਬਟ ਮਹਾਤਮਾ ਬੁੱਧ ਸੀਗੇ ਜਿਹੜਾ ਉਹਨਾਂ ਨੇ ਜਾਤੀ ਦਾ ਜਿਹੜਾ ਵਿਰੋਧ ਕੀਤਾ ਸੀਗਾ ਕਾਸਟ ਸਿਸਟਮ ਦਾ। ਨੈਕਸਟ ਆਉਂਦਾ ਹੈਗਾ people lived in villages and cities both vegetarians and non-vegetarian foods was consumed। ਸੋ ਜਿਹੜੇ ਲੋਕ ਸੀਗੇ ਉਹ ਪਿੰਡਾਂ ਅਤੇ ਸ਼ਹਿਰਾਂ ਦੋਨਾਂ ਦੇ ਵਿੱਚ ਹੀ ਰਹਿੰਦੇ ਸੀਗੇ। ਲੋਕ ਵੈਜੀਟੇਸ਼ਨ ਵੀ ਸੀਗੇ, ਸ਼ਾਕਾਹਾਰੀ ਵੀ ਸੀਗੇ ਅਤੇ ਨੋਨ ਵੈਜੀਟੇਸ਼ਨ ਜਿਹੜੇ ਮਾਸਾਹਾਰੀ ਵੀ ਸੀਗੇ। ਦੋਨੋਂ ਤਰ੍ਹਾਂ ਦਾ ਜਿਹੜਾ ਭੋਜਨ ਉਹ ਇਸ ਸਮੇਂ ਦੇ ਵਿੱਚ ਕਰਦੇ ਹੁੰਦੇ ਸੀ। ਐਵਰੀਵਨ ਵਾਜ਼ ਐਕਸਪੈਕਟਡ ਟੂ ਫੋਲੋ ਦਾ ਆਈਡੀਅਲ ਮੋਰਲ ਵੈਲਿਊ ਇਨ ਦਾ ਲਾਈਫ। ਸੋ ਹਰ ਇੱਕ ਵਿਅਕਤੀ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਜੀਵਨ ਜਿਹੜੀਆਂ ਮੁੱਢਲੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਉਹ ਫੋਲੋ ਕਰੇਗਾ, ਠੀਕ ਆ, ਉਹਨਾਂ ਦੀ ਉਹ ਪਾਲਣਾ ਕਰੇਗਾ। The entire span of a man was divided into 4 stages called ashrams, ਠੀਕ ਹੈ, ਜਿਸ ਨੂੰ ਕਿ ਸਟੂਡੈਂਟ ਲਾਈਫ ਸੀਗੀ, ਬ੍ਰਹਮਚਾਰੀ, ਠੀਕ ਹੈ, ਹਾਊਸ ਹੋਲਡਰ ਸੀਗਾ ਜਿਹਨੂੰ ਗ੍ਰਹਿਸਥਾ ਕਿਹਾ ਜਾਂਦਾ ਸੀਗਾ, ਐਨਕਰੇਚਰ ਜਾਂ ਰਿਟਾਇਰਡ ਫਰੋਮ ਦਾ ਵਰਲਡਲੀ ਲਾਈਫ, ਵਾਨਪ੍ਰਸਥਾ, ਐਂਡ ਲਾਸਟ ਸੀਗਾ ਐਸਥੈਟਿਕ ਜਿਹਨੂੰ ਸੰਨਿਆਸਾ ਕਿਹਾ ਜਾਂਦਾ ਸੀਗਾ। ਸੋ ਇਸ ਸਮੇਂ ਦੇ ਵਿੱਚ ਜਿਹੜੀਆਂ ਕਾਸਟ ਸਿਸਟਮ ਸੀਗਾ ਜੀਵਨ ਸੀਗਾ ਉਹ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਸੀ। ਇਹਨਾਂ 4 ਪਾਰਟਸ ਦੇ ਵਿੱਚ ਡਿਵਾਈਡ ਕੀਤੇ ਭਾਗ ਨੂੰ ਅਸੀਂ ਆਸ਼ਰਮ ਦੇ ਨਾਮ ਨਾਲ ਜਾਣਦੇ ਸੀਗੇ, ਠੀਕ ਹੈ। ਜਿਹੜੀ ਲਾਈਫ ਸੀਗੀ ਇਸ ਸਮੇਂ ਦੇ ਵਿੱਚ ਉਹ 4 ਪਾਰਟ ਦੇ ਵਿੱਚ ਆਸ਼ਰਮ ਦੇ ਵਿੱਚ ਵੰਡੀ ਹੋਈ ਸੀਗੀ। ਫਸਟ ਜਿਹੜਾ ਆ ਜਾਂਦਾ ਗਾ ਸਟੂਡੈਂਟ ਲਾਈਫ, ਵਿਦਿਆਰਥੀ ਲਾਈਫ, ਉਹਨੂੰ ਬ੍ਰਹਮਚਾਰੀ ਕਹਿੰਦਾ ਸੀ। ਔਰ ਜਿਹੜਾ ਗ੍ਰਹਿਸਥ ਸੀਗਾ ਉਸ ਨੂੰ ਪਰਿਵਾਰਕ ਜੀਵਨ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ ਸੀਗਾ। ਐਂਡ ਜਿਹੜੇ ਵਾਨਪ੍ਰਸਥ ਸੀਗੇ ਉਹਦੇ ਵਿੱਚ ਕੀ ਸੀਗਾ, ਲੋਕ ਜਿਹੜੇ ਉਹ ਸੰਨਿਆਸ ਰਿਟਾਇਰ ਜਿਹੜੇ ਹੋ ਜਾਂਦੇ ਸੀਗੇ। ਲਾਸਟ ਜਿਹੜਾ ਸੰਨਿਆਸਾ ਸੀਗਾ ਜਿਹਨੂੰ ਆਪਣੇ ਘਰ ਦੇ ਵਿੱਚੋਂ ਤਿਆਗ ਦਿੰਦਾ ਸੀ, ਘਰ ਤੋਂ ਦੂਰ ਚਲਾ ਜਾਂਦਾ ਸੀ। ਨੈਕਸਟ ਆਉਂਦਾ ਇਕਨੋਮਿਕ ਲਾਈਫ। ਸੋ ਇਕਨੋਮਿਕ ਲਾਈਫ ਉਹਨਾਂ ਦੀ ਕਿਸ ਤਰ੍ਹਾਂ ਦੀ ਸੀਗੀ, ਦਾ ਐਗਰੀਕਲਚਰ ਐਂਡ ਕੈਟਲ ਰੀਅਰਿੰਗ ਵਰ ਦਾ ਮੇਨ ਓਕੂਪੇਸ਼ਨ। ਸੋ ਇਸ ਸਮੇਂ ਦੇ ਵਿੱਚ ਜਿਹੜਾ ਇਕਨੋਮਿਕ ਲਾਈਫ ਸੀਗੀ ਉਹਦੇ ਵਿੱਚ ਐਗਰੀਕਲਚਰ ਮੁੱਖ ਸੀਗੀ, ਕੈਟਲ ਰੀਅਰਿੰਗ ਜਿਹੜੇ ਪਸ਼ੂ ਪਾਲਣ ਸੀਗਾ ਉਹ ਲੋਕਾਂ ਦਾ ਮੁੱਖ ਧੰਦਾ ਬਣਿਆ ਹੋਇਆ ਸੀਗਾ। ਪੇਸ਼ੈਂਟਸ was normally the owner of the land, but landless labor was also known as who were worked on other land for living। ਸੋ ਜਿਹੜੇ ਕਿਸਾਨ ਹੁੰਦੇ ਸੀਗੇ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੁੰਦੀ ਸੀਗੀ, ਠੀਕ ਆ, ਉਹ ਆਪਣੇ ਖੇਤ ਦੇ ਵਿੱਚ ਕੰਮ ਕਰਦੇ ਹੁੰਦੇ ਸੀਗੇ। ਬਟ ਜਿਨ੍ਹਾਂ ਕੋਲ ਲੈਂਡ ਨਹੀਂ ਹੁੰਦੀ ਸੀ ਉਹ ਲੇਬਰ ਦੇ ਤੌਰ 'ਤੇ ਜਿਹੜਾ ਦੂਸਰਿਆਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਉਹ ਕੰਮ ਕਰਦੇ ਹੁੰਦੇ ਸੀ। ਸੈਵਰਲ ਟਾਈਪਸ ਆਫ ਦਾ ਕੇਰਲ ਸੱਚ as wheat, rice, maize, barley and other crops like sugarcane, sesames, mustards, pulses and several types of vegetations and fruits। ਸੋ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਕਣਕ ਆ ਜਾਂਦੀ ਹੈ, ਚਾਵਲ ਆ ਜਾਂਦੇ ਹੈਗੇ, ਮੱਕੀ ਆ ਜਾਂਦੀ ਹੈ, ਬਾਜਰਾ ਆ ਜਾਂਦਾ ਹੈਗਾ ਗਾ, ਐਂਡ ਹੋਰ ਬਹੁਤ ਸਾਰੇ ਜਿਹੜੇ ਕ੍ਰੋਪਸ ਸੀਗੀਆਂ ਉਹ ਉਗਾਈਆਂ ਜਾਂਦੀਆਂ ਸੀ। ਨਾਲ ਹੀ ਇਹਨਾਂ ਦੇ ਵਿੱਚ ਜਿਹੜਾ ਗੰਨਾ ਹੋ ਗਿਆ, ਤਿਲ ਹੋ ਗਏ, ਸਰੋਂ ਹੋ ਗਈ, ਦਾਲਾਂ ਹੋ ਗਈਆਂ, ਐਂਡ ਫਲ ਅਤੇ ਫਰੂਟਸ ਜਿਹੜੇ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਐਗਰੀਕਲਚਰ ਦੇ ਵਿੱਚ ਉਗਾਈਆਂ ਜਾਂਦੀਆਂ ਸੀ। ਨੈਕਸਟ ਆਉਂਦਾ ਹੈਗਾ ਅਦਰ ਪ੍ਰੋਫੈਸ਼ਨ ਇਨਕਲੂਡਡ ਇੰਡਸਟਰੀਅਲ ਕਰਾਫਟ ਐਂਡ ਟ੍ਰੇਡਸ। ਹੋਰ ਕਿੱਤਿਆਂ ਦੇ ਵਿੱਚ ਜਿਵੇਂ ਸ਼ਿਲਪ ਅਤੇ ਵਪਾਰ ਦੇ ਨਾਲ ਸੰਬੰਧਿਤ ਮੁੱਖ ਕਿੱਤੇ ਵੀ ਇਸ ਏਰੀਏ ਦੇ ਵਿੱਚ ਇਸ ਸਮੇਂ ਦੇ ਵਿੱਚ ਵਿਕਸਿਤ ਹੋਏ ਸੀਗੇ। ਕਰਾਫਟ, ਇੰਡਸਟਰੀਅਲ ਕਰਾਫਟ ਹੋ ਗਿਆ, ਠੀਕ ਹੈ, ਜਾਂ ਟ੍ਰੇਡ ਹੋ ਗਿਆ। ਇਸ ਦੇ ਵਿੱਚ ਕਿਹੜੇ ਸੀਗੇ ਜਿਵੇਂ ਕਿ ਵੁੱਡ ਵਰਕ, ਪੋਟਰੀਜ਼ ਹੋ ਗਈਆਂ, ਲੈਦਰ ਟ੍ਰੇਨਿੰਗ ਹੋ ਗਈਆਂ, ਸ਼ਿਪ ਬਿਲਡਿੰਗਸ ਹੋ ਗਈਆਂ, ਵੇਬਿੰਗਸ ਹੋ ਗਈਆਂ, ਗਾਰਲੈਂਡ ਮੇਕਿੰਗ ਹੋ ਗਿਆ, ਬਲੈਕ ਸਮਿਥਰੀ ਹੋ ਗਿਆ, ਗੋਲਡ ਸਮਿਥਸ ਹੋ ਗਿਆ, ਐਵੋਰੀ ਵਰਕਸ ਹੋ ਗਿਆ, ਐਂਡ ਸੈਵਰਲ ਅਦਰ ਪ੍ਰੋਫੈਸ਼ਨ ਵਰ ਅਡਾਪਟਡ ਬਾਈ ਦਾ ਪੀਪਲ। ਸੋ ਇਸ ਸਮੇਂ ਦੇ ਵਿੱਚ ਜਿਹੜਾ ਪ੍ਰੋਫੈਸ਼ਨਲ ਜਿਹੜੇ ਲੋਕ ਸੀਗੇ, ਠੀਕ ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਲੱਕੜੀ ਦਾ ਕੰਮ ਹੋ ਗਿਆ, ਮਿੱਟੀ ਦੇ ਭਾਂਡੇ ਬਣਾਉਣ ਵਾਲਾ ਹੋ ਗਿਆ, ਚਮੜੇ ਦਾ ਕੰਮ ਹੋ ਗਿਆ, ਕਤਾਈ ਅਤੇ ਬੁਣਾਈ ਹੋ ਗਈ, ਕਿਸ਼ਤੀਆਂ ਬਣਾਉਣ ਦਾ ਕੰਮ, ਹਾਰ ਬਣਾਉਣੇ, ਲੁਹਾਰ ਅਤੇ ਸੁਨਿਆਰ ਦਾ ਕੰਮ, ਹਾਥੀ ਦੰਦਾਂ ਦਾ ਕੰਮ ਕਰਨਾ ਅਤੇ ਹੋਰ ਜਿਹੜੇ ਪ੍ਰੋਫੈਸ਼ਨਲ ਕੰਮ ਸੀਗੇ ਉਹਨਾਂ ਨੂੰ ਕੀ ਆ ਲੋਕਾਂ ਨੇ ਅਡਾਪਟ ਕੀਤਾ ਹੋਇਆ ਸੀ। ਇਹਨਾਂ ਨਾਲ ਉਹ ਆਪਣੇ ਆਪ ਦਾ ਜਿਹੜਾ ਇਕਨੋਮਿਕ ਲਾਈਫ ਨੂੰ ਚੰਗਾ ਰੱਖਦੇ ਸੀ। ਸਮ ਪੀਪਲ ਅਰਨ ਦੇਅਰ ਲੇਵਲੀਹੁੱਡ ਬਾਈ ਦਾ ਫਿਸ਼ਿੰਗ, ਹੰਟਿੰਗ ਐਂਡ ਡਾਂਸਿੰਗ ਐਂਡ ਐਕਟਿੰਗ, ਸਨੇਕ ਚਾਰਮਿੰਗ ਐਂਡ ਐਟਸੈਟਰਾ। ਸੋ ਬਹੁਤ ਸਾਰੇ ਲੋਕ ਸੀਗੇ ਜਿਹੜੇ ਆਪਣੇ ਆਪ ਨੂੰ ਜੀਵਤ ਰੱਖਣ ਦੇ ਲਈ, ਆਪਣੀ ਲੋੜਾਂ ਦੀਆਂ ਪੂਰਤੀਆਂ ਦੇ ਲਈ ਕੀ ਹੈਗਾ ਸ਼ਿਕਾਰ ਕਰਦੇ ਹੁੰਦੇ ਸੀਗੇ, ਮੱਛੀਆਂ ਫੜਦੇ ਹੁੰਦੇ ਸੀਗੇ, ਠੀਕ ਆ, ਨਾਚ ਗਾਣਾ ਕਰਦੇ ਸੀਗੇ ਔਰ ਨਾਟਕ ਵਗੈਰਾ, ਠੀਕ ਹੈ, ਜਾਂ ਸਪੇਰੇ ਦੇ ਰੂਪ ਦੇ ਵਿੱਚ ਆਪਣਾ ਕੰਮ ਕਰਕੇ ਆਪਣੇ ਜੀਵਨ ਦਾ ਜਿਹੜਾ ਉਹ ਨਿਰਵਾਹ ਕਰਦੇ ਸੀਗੇ। Persons following the same profession organized themselves into unions or guilds called shrenis. Each guild had its own president or head।
ਸੋ ਜਿਹੜੇ ਪਰਸਨ ਹੁੰਦੇ ਸੀਗੇ, ਲੋਕ ਹੁੰਦੇ ਸੀਗੇ, ਠੀਕ ਹੈ ਨਾ, ਉਹ ਵਪਾਰ ਵਿੱਚ ਆਪਣੇ ਆਪਣੇ ਜਿਹੜੇ ਗੁੱਟ ਬਣਾ ਕੇ ਰੱਖਦੇ ਸੀਗੇ, ਯੂਨੀਅਨ ਬਣਾ ਕੇ ਰੱਖਦੇ ਸੀਗੇ, ਜਿਹਨਾਂ ਨੂੰ ਗਿਲਡਸ ਕਿਹਾ ਜਾਂਦਾ ਸੀਗਾ, ਠੀਕ ਹੈ। ਔਰ ਇਹਨਾਂ ਗੁੱਟਾਂ ਨੂੰ ਕੀ ਕਿਹਾ ਜਾਂਦਾ ਸੀਗਾ, ਸ਼੍ਰੇਣੀਜ਼ ਕਿਹਾ ਜਾਂਦਾ ਸੀਗਾ। ਹਰ ਸ਼੍ਰੇਣੀ ਦਾ ਜਿਹੜਾ ਉਹ ਆਪਣਾ ਇੱਕ ਪ੍ਰੈਜ਼ੀਡੈਂਟ ਜਾਂ ਹੈੱਡ ਹੁੰਦਾ ਸੀਗਾ, ਜਿਹੜਾ ਕਿ ਉਹਨਾਂ ਨੂੰ ਮੁੱਖ ਰੋਲ ਅਦਾ ਕਰਦਾ ਸੀ, ਉਹਨਾਂ ਨੂੰ ਗਾਈਡ ਕਰਦਾ ਹੁੰਦਾ ਸੀ। ਨੈਕਸਟ ਆਉਂਦਾ ਹੈਗਾ the trade was carried on both within the country and with foreign lands. There were roads across the country, some of which connected with foreign lands or seaports. Goods were also carried through ships and boats in oceans and rivers. Merchants are known as Sarthva carried goods from one place to other and moved in caravan versus Indian goods were in the great demand in the foreign country. ਸੋ ਦੇਸ਼ ਦੇ ਵਿੱਚ ਜਿਹੜੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵਪਾਰ ਹੈ ਜਿਹੜਾ ਉਹ ਇਸ ਸਮੇਂ ਦੇ ਵਿੱਚ ਕੀਤਾ ਜਾਂਦਾ ਸੀ ਕਿ ਸਾਰੇ ਦੇਸ਼ ਦੇ ਵਿੱਚ ਤਕਰੀਬਨ ਜਿਹੜਾ ਸੜਕਾਂ ਦਾ ਜਾਲ ਉਹ ਵਿਛਿਆ ਹੋਇਆ ਸੀਗਾ ਪੂਰਨ ਤੌਰ ਦੇ ਉੱਪਰ, ਠੀਕ ਹੈ। ਰੋਡਸ ਜਿਹੜੇ ਉਹ ਬਣੇ ਹੋਏ ਸੀਗੇ ਪੂਰੇ, ਐਂਡ ਕਈ ਰਸਤੇ ਸੀਗੇ ਜਿਹੜੇ ਕਿ ਉਹ ਬੰਦਰਗਾਹਾਂ ਤੱਕ ਜਾਂਦੇ ਸੀਗੇ, ਠੀਕ ਹੈ, ਸੀਪੋਰਟ ਤੱਕ ਜਾਂਦੇ ਸੀਗੇ, ਐਂਡ ਹੋਰ ਕਈ ਰਸਤੇ ਸੀ ਜਿਹੜੇ ਵਿਦੇਸ਼ੀ ਮਾਰਗਾਂ ਦੇ ਨਾਲ ਵੀ ਜੁੜੇ ਹੋਏ ਸੀਗੇ। ਸਮੁੰਦਰ ਅਤੇ ਨਦੀਆਂ ਸੀਗੀਆਂ ਜਿਹੜੇ ਉਹਨਾਂ ਦੇ ਵਿੱਚ ਮਾਲ ਜਹਾਜ਼ਾਂ ਅਤੇ ਕਿਸ਼ਤੀਆਂ ਦੇ ਰਾਹੀਂ ਲਿਜਾਇਆ ਜਾਂਦਾ ਸੀਗਾ। ਸ਼ਿਪਸ ਐਂਡ ਬੋਟਸ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀਗਾ, ਠੀਕ ਹੈ। ਐਂਡ ਵਪਾਰੀਆਂ ਦੇ ਗੁੱਟ ਜਿਨ੍ਹਾਂ ਨੂੰ ਸਾਰਥਵਾ ਕਹਿੰਦੇ ਸੀਗੇ, ਜਿਹੜੇ ਕਿ ਵਪਾਰੀਆਂ ਦਾ ਗੁੱਟ, ਮਰਚੈਂਟ ਜਿਹੜੇ ਸੀਗੇ ਉਹਨਾਂ ਦਾ ਜਿਹੜਾ ਗੁੱਟ ਹੁੰਦਾ ਸੀ ਉਹਨਾਂ ਨੂੰ ਸਾਰਥਵਾ ਕਿਹਾ ਜਾਂਦਾ ਸੀਗਾ। ਇਹ ਵੀ ਇੰਪੋਰਟੈਂਟ ਹੈ ਕਿ ਸਾਰਥਵਾ ਕਿਸ ਨੂੰ ਕਿਹਾ ਜਾਂਦਾ ਸੀ, ਵਪਾਰੀਆਂ ਦਾ ਜਿਹੜਾ ਮਰਚੈਂਟ ਦਾ ਜਿਹੜਾ ਇੱਕ ਗੁੱਟ ਸੀਗਾ ਉਹਨਾਂ ਨੂੰ ਕਿਹਾ ਜਾਂਦਾ ਸੀ। ਵਸਤੂਆਂ ਨੂੰ ਵਪਾਰ ਦੇ ਲਈ ਇੱਕ ਥਾਂ ਤੋਂ ਜਿਹੜਾ ਦੂਸਰੀ ਜਗ੍ਹਾ 'ਤੇ ਲਿਆਇਆ ਜਾਂਦਾ ਸੀ ਅਤੇ ਭਾਰਤੀ ਵਸਤੂਆਂ ਦੀ ਜਿਹੜੀ ਵਿਦੇਸ਼ਾਂ ਦੇ ਵਿੱਚ ਬੜੀ ਡਿਮਾਂਡ ਹੁੰਦੀ ਸੀਗੀ, ਬਹੁਤ ਡਿਮਾਂਡ ਦੇ ਨਾਲ ਉਹਨਾਂ ਨੂੰ ਮੰਗ ਕੀਤੀਆਂ ਸੀ। ਕਾਪਰ ਐਂਡ ਸਿਲਵਰ coins were used for transitions. They were mostly regular pieces of metal in shape but of fixed weight. They were punctured with the various symbols or colored puncture market coins. ਸੋ ਵਸਤੂਆਂ ਦੀ ਜਿਹੜੀ ਖਰੀਦ ਵੇਚ ਹੁੰਦੀ ਸੀ ਉਹ ਤਾਂਬੇ ਅਤੇ ਚਾਂਦੀ ਦੇ ਜਿਹੜੇ ਕੋਇਨ ਸੀ ਉਹਨਾਂ ਦੇ ਨਾਲ ਕੀਤੀ ਜਾਂਦੀ ਸੀ। ਇਹਨਾਂ ਸਿੱਕਿਆਂ ਦੀ ਉਸ ਸਮੇਂ ਵਰਤੋਂ ਕੀਤੀ ਜਾਂਦੀ ਸੀ। ਇਹ ਸਿੱਕੇ ਸਾਰੇ ਸੀਗੇ ਜਿਹੜੇ ਉਹ ਇੱਕ ਨਿਸ਼ਚਿਤ ਫਿਕਸਡ ਜਿਹੜਾ ਵੇਟ ਸੀ ਉਹਦਾ ਰੱਖਿਆ ਗਿਆ ਸੀਗਾ, ਉਸੇ ਵੇਟ ਦੇ ਉੱਪਰ ਹੀ ਹੁੰਦੇ ਸੀਗੇ ਔਰ ਇਹਨਾਂ ਉੱਤੇ ਭਾਂਤ ਭਾਂਤ ਦੀਆਂ ਜਿਹੜੀਆਂ ਸ਼ਕਲਾਂ ਜਾਂ ਠੱਪੇ ਲਗਾਏ ਜਾਂਦੇ ਸੀ। ਇਹਨਾਂ ਠੱਪੇਦਾਰ ਸਿੱਕਿਆਂ ਨੂੰ ਜਿਹੜਾ ਠੱਪੇਦਾਰ ਸਿੱਕਿਆਂ ਦੇ ਨਾਮ ਨਾਲ ਵੀ ਜਾਂਦੇ ਸੀ, ਕਿ ਪੰਚ ਮਾਰਕੀਟ ਕੋਇਨਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀਗਾ। ਸੋ ਇਹਨਾਂ ਦੇ ਸਿੰਬਲ ਸੀਗਾ। People had to pay taxes to king. Normally, 1/6 of agriculture produce was charged as tax from patients. Taxes on industrials goods and trade were charged according to the value of goods. ਸੋ ਲੋਕ ਜਿਹੜੇ ਉਹ ਰਾਜੇ ਨੂੰ ਕੀ ਹੈਗਾ ਟੈਕਸ ਦਿੰਦੇ ਸੀਗੇ, ਪੇ ਕਰਦੇ ਸੀਗੇ, ਅਤੇ ਨੋਰਮਲੀ ਕੀ ਸੀਗੇ 1/6 ਜਿਹੜਾ ਛੇਵਾਂ ਭਾਗ ਉਹ ਐਗਰੀਕਲਚਰ ਦਾ ਕੀ ਉਹ ਰਾਜੇ ਨੂੰ ਜਿਹੜਾ ਪ੍ਰੋਡਕਸ਼ਨ ਦੇ ਵਿੱਚੋਂ ਆਪਣਾ ਦਿੰਦੇ ਸੀਗੇ, ਅਤੇ ਕਾਰਖਾਨਿਆਂ ਦੇ ਵਿੱਚ ਬਣੇ ਮਾਲ ਅਤੇ ਵਪਾਰ ਉੱਤੇ ਵੀ ਜਿਹੜਾ ਕਰ ਹੈ ਉਹ ਲਗਾਇਆ ਜਾਂਦਾ ਸੀ, ਟੈਕਸ ਜਿਹੜਾ ਉਹ ਲਗਾਇਆ ਜਾਂਦਾ ਸੀ ਉਸ ਸਮੇਂ ਦੇ ਵਿੱਚ, ਠੀਕ ਹੈ ਜੀ। ਸੋ ਇਹ ਸੀਗੀ ਉਹਨਾਂ ਦੀ ਇਕਨੋਮਿਕ ਲਾਈਫ। ਸੋ ਨੈਕਸਟ ਆਉਂਦਾ ਹੈ ਜੈਨਿਜ਼ਮ, ਜਿਹਨੂੰ ਜੈਨ ਧਰਮ ਅਸੀਂ ਕਹਿ ਸਕਦੇ ਹੈਗੇ ਹੈਗੇ, ਠੀਕ ਹੈ। ਜੈਨਿਜ਼ਮ ਇਜ਼ ਦਾ ਓਲਡ ਐਂਡ ਇੰਡੀਪੈਂਡੈਂਟ ਐਂਡ ਸਾਇੰਟੀਫਿਕ ਰਿਲੀਜਨਸ ਆਫ ਇੰਡੀਆ। ਸੋ ਜੈਨਿਜ਼ਮ ਜਿਹੜਾ ਇੰਪੋਰਟੈਂਟ ਹੈਗਾ ਗਾ ਬਹੁਤ ਜ਼ਿਆਦਾ। ਸੋ ਜੈਨਿਜ਼ਮ ਜਿਹੜਾ ਸਭ ਤੋਂ ਪੁਰਾਣਾ ਧਰਮ ਅਸੀਂ ਕਹਿ ਸਕਦੇ ਹੈਗੇ ਹੈਗੇ, ਪ੍ਰਾਚੀਨ ਜਿਹਨੂੰ ਅਸੀਂ ਕਹਾਂਗੇ। ਇੰਡੀਪੈਂਡੈਂਟ ਜਿਹੜਾ ਹੈਗਾ ਗਾ ਸੁਤੰਤਰ ਹੈਗਾ ਗਾ, ਅਤੇ ਵਿਗਿਆਨਿਕ ਜਿਹੜਾ ਧਰਮ ਹੈਗਾ ਗਾ ਉਹ ਜੈਨ ਧਰਮ ਨੂੰ ਕਿਹਾ ਜਾਂਦਾ ਹੈ। ਲੋਰਡ ਰਿਸ਼ਭਦੇਵ ਵਾਜ਼ ਦਾ ਫਸਟ ਫਾਊਂਡਰ ਆਫ ਦਿਸ ਰਿਲੀਜਨ। ਸੋ ਰਿਸ਼ਭਦੇਵ ਜਿਹੜਾ ਸੀਗਾ, ਠੀਕ ਹੈ, ਭਗਵਾਨ ਰਿਸ਼ਭਦੇਵ ਸੀ, ਇੰਪੋਰਟੈਂਟ ਹੈਗਾ ਇਹਨੂੰ ਰੱਖਿਓ। ਉਹ ਸਭ ਤੋਂ ਪਹਿਲਾਂ ਫਾਊਂਡਰ ਸੀਗਾ ਜਿਸ ਨੇ ਕੀ ਹੈਗਾ ਗਾ ਜੈਨ ਧਰਮ ਦੀ ਨੀਂਹ ਰੱਖੀ ਸੀਗੀ, ਰਿਸ਼ਭਦੇਵ, ਠੀਕ ਹੈ। ਇਹਨਾਂ ਨੂੰ ਕੀ ਹੈਗਾ ਗਾ ਤੀਰਥਕਾਰਾ ਵੀ ਕਿਹਾ ਜਾਂਦਾ ਹੈਗਾ। ਹੀ ਇਜ਼ ਕਾਲਡ ਤੀਰਥਕਾਰ ਵੀ ਕਿਹਾ ਜਾਂਦਾ ਹੈਗਾ ਗਾ। ਦੇਅਰ ਹੈਵ ਬੀਨ 24 ਤੀਰਥਕਾਰ ਇਨ ਜੈਨਿਜ਼ਮ। ਸੋ ਇਹਨਾਂ ਦੇ ਜਿਹੜੇ 24 ਤੀਰਥਕੰਤਰ ਹੋਏ ਹੈਗੇ ਨੇਗੇ, ਠੀਕ ਹੈ। ਐਂਡ ਲਾਰਡ ਪਾਰਸ਼ਵਨਾਥ and Lord Mahavir Swami have honor of being 23rd and 24th ਤੀਰਥਕਾਰ। ਸੋ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਹੈਗਾ ਗਾ ਉਹ ਰਿਸ਼ਭਦੇਵ ਹੈਗਾ ਗਾ, ਠੀਕ ਆ, ਜਿਹਨੇ ਕਿ ਜੈਨ ਧਰਮ ਦਾ ਜਿਹੜਾ ਨਿਰਮਾਣ ਕੀਤਾ ਹੈਗਾ ਗਾ। ਔਰ 23 ਨੰਬਰ 'ਤੇ ਜਿਹੜਾ ਇਹਨਾਂ ਦਾ 24 ਦੇ ਵਿੱਚੋਂ ਆਉਂਦਾ ਹੈਗਾ ਗਾ
ਉਹ ਪਾਰਸ਼ਵਨਾਥ ਹੈਗਾ ਗਾ। ਔਰ 24ਵਾਂ ਜਿਹੜਾ ਲਾਸਟ ਜਿਹੜਾ ਹੈਗਾ ਗਾ ਉਹ ਮਹਾਵੀਰ ਸਵਾਮੀ ਹੈਗਾ ਗਾ 24ਵਾਂ। ਠੀਕ ਹੈ, ਤੁਸੀਂ ਯਾਦ ਰੱਖਿਓ। ਜੈਨਿਜ਼ਮ ਵਰਡ ਆਫ ਡਰਾਈਵਡ ਫਰੋਮ ਵਰਡ ਜਿਨਾ ਵਿਚ ਮੀਨਸ ਕੁਇਨਕੁਏਰੀ। ਸੋ ਜਿਹੜਾ ਜੈਨ ਸ਼ਬਦ ਹੈਗਾ ਗਾ ਇਹ ਜੈਨ ਸ਼ਬਦ ਤੋਂ ਲਿਆ ਗਿਆ ਜਿਸ ਦਾ ਅਰਥ ਹੈ ਜੇਤੂ। ਸੋ ਇਸ ਸ਼ਬਦ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਹੈ ਮਹਾਵੀਰ ਸਵਾਮੀ ਦੇ ਲਈ, ਕਿਉਂਕਿ ਉਹਨੇ ਕੀ ਹੈਗਾ ਗਾ ਇੱਕ ਜਿੱਤ ਪ੍ਰਾਪਤ ਕਰ ਲਿੱਤੀ ਸੀਗੀ ਬ੍ਰਾਹਮਣ ਦੇ ਉੱਪਰ, ਗਿਆਨ ਆ ਜਿਹੜਾ ਉਹ ਹਾਸਲ ਕਰ ਲਿੱਤਾ ਸੀਗਾ। ਸੋ ਇਹ ਹੈ ਵਰਧਮਾਨ ਮਹਾਵੀਰ, ਉਹਨਾਂ ਦੀ ਤਸਵੀਰ ਜਿਹੜੀ ਇੱਕ ਹੈ। ਸੋ ਨੈਕਸਟ ਹੈ ਇਨ ਦਾ ਇੰਡੀਅਨ ਹਿਸਟਰੀ ਪੀਰੀਅਡ ਆਫ 600 BC ਇਜ਼ ਵੈਰੀ ਇੰਪੋਰਟੈਂਟ। ਸੋ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ 600 BC ਜਿਹੜਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਮਾਂ ਰਿਹਾ ਹੈਗਾ। ਲਾਰਡ ਮਹਾਵੀਰ ਸਵਾਮੀ ਵਾਜ਼ ਬੋਰਨ ਇਨ ਕੁੰਦਨਪੁਰ presently in Bihar near Vaishali during this period। ਸੋ 600 ਈਸਵੀ ਪੂਰਵ ਦੇ ਵਿੱਚ ਕੀ ਹੈਗਾ ਗਾ ਭਗਵਾਨ ਮਹਾਵੀਰ ਦਾ ਜਨਮ ਹੋਇਆ ਵੈਸ਼ਾਲੀ ਦੇ ਨੇੜੇ ਕੁੰਡਨਪੁਰ ਨਗਰ, ਜਿਹੜਾ ਕਿ ਮਾਡਰਨ ਸਮੇਂ ਦੇ ਵਿੱਚ ਪ੍ਰੈਜੈਂਟ ਟਾਈਮ ਦੇ ਵਿੱਚ ਬਿਹਾਰ ਦੇ ਵਿੱਚ ਹੈਗਾ ਗਾ। ਠੀਕ ਹੈ, ਉਸ ਸਮੇਂ ਦੇ ਵਿੱਚ ਇਹ ਕੁੰਡਨ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ, ਬਿਹਾਰ ਦੇ ਵਿੱਚ ਇੱਕ ਸਥਾਨ ਹੈਗਾ ਗਾ। ਹਿਸ ਫਾਦਰ ਨੇਮ ਵਾਜ਼ ਕਿੰਗ ਸਿਧਾਰਥਾ। ਸੋ ਉਹਦੇ ਪਿਤਾ ਦਾ ਨਾਮ ਜਿਹੜਾ ਸਿਧਾਰਥਾ ਸੀਗਾ, ਇਹ ਵੀ ਇੰਪੋਰਟੈਂਟ ਆ। ਇਸ ਤਰ੍ਹਾਂ ਦੇ ਕੁਐਸਚਨ ਪੁੱਛਣ ਦੇ ਕਿ ਉਹਨਾਂ ਦੇ ਪਿਤਾ ਦਾ ਨਾਮ ਕੀ ਸੀਗਾ, ਇਹ ਵੀ ਯਾਦ ਰੱਖਣ ਯੋਗ ਹੈ। ਹਿਸ ਮਦਰ ਨੇਮ ਇਜ਼ ਨੇਮ ਤ੍ਰਿਸ਼ਲਾ ਰਾਣੀ। ਸੋ ਉਹਨਾਂ ਦੀ ਮਾਤਾ ਦਾ ਨਾਮ ਜਿਹੜਾ ਤ੍ਰਿਸ਼ਲਾ ਰਾਣੀ ਸੀਗਾ, ਇਹ ਵੀ ਇੰਪੋਰਟੈਂਟ ਹੈ, ਤੁਸੀਂ ਨੂੰ ਵੀ ਧਿਆਨ ਦੇ ਵਿੱਚ ਰੱਖਿਓ। ਲਾਰਡ ਮਹਾਵੀਰ ਸਵਾਮੀ ਜੀ ਲਿਡ ਫੈਮਿਲੀ ਲਾਈਫ ਅਬਾਊਟ 30 ਈਅਰ। ਸੋ ਭਗਵਾਨ ਮਹਾਵੀਰ ਜੀ ਨੇ ਲਗਭਗ 30 ਸਾਲਾਂ ਦੇ ਕਿਹੜਾ ਗ੍ਰਸਥੀ ਜੀਵਨ ਆ ਉਹ ਬਤੀਤ ਕੀਤਾ ਸੀਗਾ। ਆਫਟਰ ਦਾ ਡੈਥ ਆਫ ਹਿਸ ਪੇਰੈਂਟਸ ਹੀ ਟੁਕ ਪਰਮਿਸ਼ਨ ਫਰੋਮ ਦਾ ਨੰਦੀਵਰਧਨ ਹਿਜ਼ elder brother। he gave up his kingdom and all sorts of luxuries and set out on the path of self discipline। ਸੋ 30 ਸਾਲ ਤੱਕ ਉਹਨਾਂ ਨੇ ਗ੍ਰਸਤੀ ਜੀਵਨ ਜਿਹੜਾ ਬਤੀਤ ਕੀਤਾ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀਗੀ ਤਾਂ ਉਹਨਾਂ ਨੇ ਕੀ ਕੀਤਾ ਹੈਗਾ ਗਾ, ਪਰਮਿਸ਼ਨ ਲੈ ਲਿੱਤੀ ਸੀਗੀ, ਪਰਮਿਸ਼ਨ ਲੈ ਕੇ ਆਪਣੇ ਵੱਡੇ ਭਰਾ ਤੋਂ, ਠੀਕ ਹੈ, ਜਿਹਦਾ ਨਾਮ ਕੀ ਸੀ ਨੰਦੀਵਰਧਨ, ਇਜਾਜ਼ਤ ਲੈ ਕੇ ਉਸਨੇ ਸਾਰੇ ਰਾਜ ਭਾਰਤ ਤੋਂ ਤਿਆਗ ਦਿੱਤਾ ਸੀ। ਜਿੰਨੀਆਂ ਵੀ ਜਿਹੜੀਆਂ ਸੁੱਖ ਸਹੂਲਤਾਂ ਸੀ ਉਹ ਤਿਆਗ ਕੇ ਕੀ ਹੈਗਾ ਗਾ ਉਹਨਾਂ ਨੇ ਸੰਜਮ ਦੇ ਮਾਰਗ ਦੇ ਉੱਪਰ ਚੱਲਣਾ ਸ਼ੁਰੂ ਕਰ ਦਿੱਤਾ ਸੀਗਾ ਸੈਲਫ ਡਿਸਪੈਂਸ ਦੇ ਲਈ। ਠੀਕ ਹੈ, ਆਫਟਰ ਡੂਇੰਗ ਏ ਹਾਰਡ ਮੈਡੀਟੇਸ਼ਨ ਆਫ 12 year 6 month and 15 days he attained ਕੈਵਲਿਆ ਗਿਆਨ ਵਿਚ ਮੀਨਸ ਕੰਪਲੀਟ ਨੌਲੇਜ ਆਫ ਦਾ ਯੂਨੀਵਰਸ। ਸੋ 16 ਜਦੋਂ ਉਹ ਘਰ ਤੋਂ ਤਿਆਗ ਗਏ ਸੀ ਤਾਂ ਫਿਰ ਉਹਨਾਂ ਨੇ ਕੀ ਕੀਤਾ ਗਾ 12 ਸਾਲ, ਇਹ ਵੀ ਇੰਪੋਰਟੈਂਟ ਹੈ, ਧਿਆਨ ਦੇ ਵਿੱਚ ਰੱਖਿਓ। ਠੀਕ ਹੈ, ਸੋ ਭਗਵਾਨ ਮਹਾਵੀਰ ਜੀ ਨੇ 12 ਸਾਲ 6 ਮਹੀਨੇ ਔਰ 15 ਦਿਨਾਂ ਤੱਕ ਜਿਹੜੀ ਮੈਡੀਟੇਸ਼ਨ ਕੀਤੀ ਸੀਗੀ। ਠੀਕ ਹੈ, ਔਰ ਇਹ ਮੈਡੀਟੇਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਕਵੈਲਿਸ ਗਿਆਨ ਜਿਹੜਾ ਉਹ ਪ੍ਰਾਪਤ ਕੀਤਾ ਸੀ। ਕਵੈਲਿਸ ਗਿਆਨ ਦਾ ਮਤਲਬ ਹੈ ਕਿ ਕੰਪਲੀਟ ਨੌਲੇਜ ਆਫ ਦਾ ਯੂਨੀਵਰਸ, ਕਿ ਪੂਰੇ ਬ੍ਰਹਿਮੰਡ ਦਾ ਜਿਹੜਾ ਗਿਆਨ ਹੋ ਜਾਣਾ ਉਸ ਨੂੰ ਕਵੈਲਿਸ ਕਿਹਾ ਜਾਂਦਾ। ਸੋ ਇਹ ਦੋਨੋਂ ਤਿੰਨੇ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਨੇ, ਇਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ। ਦੈਨ ਹੀ ਵਾਜ਼ ਨੋਨ ਐਜ਼ ਏ ਵੀਤਰਾਗ। ਸੋ ਇਸ ਤੋਂ ਬਾਅਦ ਉਹਨਾਂ ਨੂੰ ਕੀ ਨਾਂ ਕਿਹਾ ਹੈਗਾ ਵੀਤਰਾਗ ਦੇ ਨਾਮ ਨਾਲ ਜਾਣਨ ਲੱਗਿਆ, ਜੈਨ ਦੇ ਨਾਮ ਨਾਲ ਜਾਣਨ ਲੱਗਿਆ, ਔਰ ਕੰਕੁਇਰ ਦੇ ਨਾਮ ਨਾਲ ਯਾਨੀ ਕਿ ਜੇਤੂ ਦੇ ਨਾਮ ਨਾਲ ਉਹ ਜਾਣਨ ਲੱਗਿਆ। ਹੀ ਅਟੇਨ ਸਲੇਵੇਸ਼ਨ ਐਟ ਦਾ ਏਜ ਆਫ 72 ਐਟ ਪਾਵਾਪੁਰੀ ਟਾਊਨਸ। ਸੋ ਮਹਾਵੀਰ ਸਵਾਮੀ ਨੇ ਲਗਭਗ 72 ਸਾਲ ਦੇ ਕਿਹੜੇ ਉਮਰ ਦੇ ਵਿੱਚ ਪਾਵਾਪੁਰੀ ਨਗਰ ਦੇ ਵਿੱਚ ਆਪਣੇ ਨਿਰਵਾਣ ਉਹ ਪ੍ਰਾਪਤ ਕਰ ਲਿੱਤਾ, ਯਾਨੀ ਕਿ ਆਪਣੇ ਆਪ ਨੂੰ ਜਿਹੜਾ ਜੀਵਨ ਉਹ ਖਤਮ ਕਰ ਲਿੱਤਾ ਸੀ। ਨੈਕਸਟ ਹੈ ਮੇਨ ਡਾਕਟਰੀਨਸ ਆਫ ਜੈਨਿਜ਼ਮ। ਸੋ ਜੈਨ ਧਰਮ ਦੇ ਜਿਹੜੇ ਪ੍ਰਮੁੱਖ ਸਿਧਾਂਤ ਆ ਕਿਹੜੇ ਹੈਗੇ ਨੇ, ਸੋ ਕਿਹੜੇ ਚੀਜ਼ਾਂ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਨੇ। ਫਸਟ ਆ ਜਾਂਦਾ ਹੈਗਾ ਅਹਿੰਸਾ। ਅਹਿੰਸਾ ਮੀਨਸ ਨੋਨ ਕਿਲਿੰਗ ਆਫ ਐਨੀ ਲਿਵਿੰਗ ਬੀਇੰਗ। ਸੋ ਅਹਿੰਸਾ ਦੇ ਵਿੱਚ ਉਹ ਕਿਸੇ ਵੀ ਜੀਵ ਨੂੰ ਜਿਹੜਾ ਮਾਰਨਾ ਨਹੀਂ ਚਾਹੁੰਦੇ ਹੈਗੇ ਕਿ ਟਰੁੱਥ ਆਲਵੇਜ਼ ਸਪੀਕ ਟਰੁੱਥ। ਸੋ ਇਹਦੇ ਵਿੱਚ ਉਹ ਹਮੇਸ਼ਾ ਸੱਚ ਬੋਲਣਾ ਚਾਹੁੰਦੇ ਹੈ ਨੇ। ਅਸਤੇਜ ਇਸ ਦੇ ਵਿੱਚ ਨੋਟ ਟੂ ਸਟੀਲ, ਯਾਨੀ ਕਿ ਚੋਰੀ ਨਹੀਂ ਕਰਨੀ ਹੈਗੀ। ਨੈਕਸਟ ਆਉਂਦਾ ਹੈ ਸੇਲੇਬੇਕੀ, ਜਿਹਨੂੰ ਬ੍ਰਹਮਚਾਰੀਆ ਕਿਹਾ ਜਾਂਦਾ ਹੈਗਾ ਟੂ ਲੀਡ ਏ ਸੈਲਫ ਡਿਸਪਲਿਨ ਲਾਈਫ। ਸੋ ਸੰਜਮਪੂਰਵਕ ਜੀਵਨ ਬਤੀਤ ਕਰਨ ਦੇ ਵਿੱਚ ਕਹਿੰਦਾ ਹੈ। ਨੌਨ ਹੋਰਡਿੰਗਸ, ਜਿਹਨੂੰ ਅਸੀਂ ਅਪਰਿਗ੍ਰਹਿ ਕਹਿ ਦਿੰਦੇ ਹੈਗੇ, ਅਪਰਿਗ੍ਰਹਿ ਨੋਟ ਟੂ ਹੋਰਡ ਮੋਰ ਦੈਨ ਨੀਡ। ਸੋ ਜ਼ਰੂਰਤ ਦੇ ਨਾਲੋਂ ਜ਼ਿਆਦਾ ਇਕੱਠਾ ਕਰਨਾ ਇਸ ਦੇ ਵਿੱਚ ਸੀਗਾ, ਯਾਨੀ ਕਿ ਉਹ ਸਾਰਿਆਂ ਨੂੰ ਬਰਾਬਰ ਦੇ ਵਿੱਚ ਡਿਵਾਈਡ ਕਰਨਾ ਚਾਹੁੰਦੇ। ਸੋ ਇਹ ਮੇਨ ਜਿਹੜੇ ਡਾਕਟਰਸ ਨੇ, ਮੇਨ ਜਿਹੜੇ ਉਹਨਾਂ ਦੇ ਨਿਯਮ ਨੇਗੇ। ਸੋ ਇਹ ਵੀ ਹਰ ਵਾਰੀ ਤਕਰੀਬਨ ਪੁੱਛੇ ਜਾਂਦੇ ਹੈਗੇ ਕਿ ਕਿਹੜੇ ਮੇਨ ਸਿਧਾਂਤ ਨੇ ਉਹਨਾਂ ਦੇ। ਸੋ ਇਹ ਜ਼ਰੂਰ ਯਾਦ ਰੱਖਿਓ।
Jains expect extension of the God in every living being. There is a presence of soils in the earth, water, air, fire, and ਵੈਜੀਟੇਸ਼ਨ। ਸੋ ਜਿਹੜੇ ਜੈਨ ਧਰਮ ਸੀਗੇ ਉਹ ਹਰੇਕ ਜੀਵ ਦੇ ਵਿੱਚ ਪਰਮਾਤਮਾ ਜਿਹੜੀ ਹੋਂਦ ਸੀ ਉਹਨੂੰ ਸਵੀਕਾਰ ਕਰਦੇ ਸੀਗੇ। ਪ੍ਰਿਥਵੀ, ਪਾਣੀ ਅਤੇ ਹਵਾ ਅਤੇ ਅੱਗ ਦੇ ਉਹ ਸਾਰੀਆਂ ਜਿਹੜੀਆਂ ਬਨਸਪਤੀਆਂ ਨੇ ਉਹਨਾਂ ਦੇ ਵਿੱਚ ਉਹ ਸਵੈਲਸ ਜਿਹਨੂੰ ਕਿ ਅਸੀਂ ਆਤਮਾ ਦਾ ਜਿਹੜਾ ਉਹ ਨਿਵਾਸ ਉਹ ਸਮਝਦੇ ਸੀਗੇ। These religions is the propagandist of the vegetation protections and environmental preservations। ਸੋ ਇਹ ਧਰਮ ਜਿਹੜਾ ਉਹ ਬਨਸਪਤੀ ਦੀ ਰੱਖਿਆ ਵੀ ਕਰਦਾ ਸੀਗਾ ਅਤੇ ਵਾਤਾਵਰਨ ਦੀ ਸੰਭਾਲ ਦੇ ਵਿੱਚ ਵੀ ਉਹ ਆਪਣਾ ਪੱਖ ਦੇ ਵਿੱਚ ਰੱਖਦਾ ਸੀ ਕਿ ਵਾਤਾਵਰਨ ਨੂੰ ਵੀ ਜਿਹੜਾ ਸੰਭਾਲਣਾ ਜ਼ਰੂਰੀ ਹੈਗਾ। ਇਟ ਬਿਲੀਵ ਦੈਟ ਐਵਰੀ ਸੋਲ ਕੈਨ ਐਂਟੇਨ ਡਿਵਾਈਨ level on the strength of its own nobility. Salvations can be attained by meditation or right faith, right knowledge, and right conduct. These are known Tritran। ਸੋ ਇਹਨਾਂ ਦਾ ਜਿਹੜਾ ਵਿਸ਼ਵਾਸ ਸੀਗਾ ਕਿ ਹਰੇਕ ਆਤਮਾ ਜਿਹੜਾ ਉਹ ਆਪਣੇ ਚੰਗੇ ਕਰਮਾਂ ਦਾ ਕਰਕੇ ਈਸ਼ਵਰ ਨੂੰ ਜਿਹੜਾ ਪ੍ਰਾਪਤ ਕਰ ਸਕਦੀ ਹੈਗੀ ਆ। ਉਸ ਦੇ ਲਈ ਕੀ ਕਰ ਸਕਦਾ ਹੈਗਾ ਗਾ ਉਹ ਰਾਈਟ ਫੇਥ ਯਾਨੀ ਕਿ ਸੱਚੀ ਸ਼ਰਧਾ, ਠੀਕ ਹੈ, ਰਾਈਟ ਨੌਲੇਜ ਸੱਚਾ ਗਿਆਨ, ਐਂਡ ਰਾਈਟ ਕੰਡਕਟ ਸੱਚਾ ਜਿਹੜਾ ਆਚਰਨ ਆ ਉਹਦੀ ਪੂਜਾ ਕਰਕੇ ਕੀ ਹੈਗਾ ਗਾ ਉਹ ਪਰਮਾਤਮਾ ਨੂੰ ਜਿਹੜਾ ਉਹ ਪ੍ਰਾਪਤ ਕਰ ਸਕਦਾ ਹੈਗਾ, ਠੀਕ ਆ, ਈਸ਼ਵਰ ਨੂੰ ਜਿਹੜਾ ਉਹ ਪ੍ਰਾਪਤ ਕਰ ਸਕਦਾ ਹੈ। ਅਤੇ ਇਹਨਾਂ ਤਿੰਨਾਂ ਨੂੰ ਰਾਈਟ ਫੇਥ, ਰਾਈਟ ਨੌਲੇਜ ਐਂਡ ਰਾਈਟ ਕੰਡਕਟ ਜਿਹੜਾ ਹੈਗਾ ਗਾ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਤ੍ਰਿਰਤਨ ਦੇ ਨਾਮ ਨਾਲ ਜਾਣਦੇ ਹਾਂ। ਸੋ ਇਹ ਇੰਪੋਰਟੈਂਟ ਹੈ, ਇਹ ਵੀ ਯਾਦ ਰੱਖੋ ਕਿ ਤ੍ਰਿਰਤਨ ਕਿਹਨਾਂ ਨੂੰ ਕਿਹਾ ਜਾਂਦਾ, ਰਾਈਟ ਫੇਥ, ਰਾਈਟ ਨੌਲੇਜ, ਰਾਈਟ ਕੰਡਕਟ। At present there are two main sects of Jainism, Digambars and Shivatambars। ਸੋ ਪ੍ਰੈਜੈਂਟ ਟਾਈਮ ਦੇ ਵਿੱਚ ਜੇ ਗੱਲ ਕਰੀਏ ਅਸੀਂ ਜੈਨ ਧਰਮ ਜਿਹੜਾ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਚੁੱਕਿਆ ਹੈਗਾ। ਇੱਕ ਹੈ ਦਿਗੰਬਰ ਔਰ ਦੂਸਰਾ ਹੈ ਸ਼ਿਵੰਤਰਮ। ਦਿਗੰਬਰਸ ਜਿਹੜਾ ਹੈਗਾ ਮੌਂਕਸ ਆਰ ਰਿਵੋਲਸ ਐਂਡ ਸ਼ਿਵਾਂਤਰਮ ਜਿਹੜਾ ਹੈਗਾ ਮੌਂਕਸ ਆਰ ਵੀਅਰ ਵਾਈਟ ਕਲੋਥਸ। The followers of Jainams are total vegetarians। ਸੋ ਜਿਹੜੇ ਦਿਗੰਬਰ ਹੋਣਗੇ ਉਹ ਕੱਪੜੇ ਨਹੀਂ ਪਹਿਨਦੇ ਹੈਗੇ, ਠੀਕ ਹੈ, ਯਾਨੀ ਕਿ ਉਹ ਕੱਪੜੇ ਕਿਸੇ ਪ੍ਰਕਾਰ ਦੇ ਨਹੀਂ ਪਾਉਂਦੇ ਹੈਗੇ, ਠੀਕ ਹੈ। ਐਂਡ ਜਿਹੜੇ ਸਤੰਬਰ ਜਿਹੜੇ ਹੈਗੇ ਨੇ ਉਹ ਚਿੱਟੇ ਕੱਪੜੇ ਪਾਉਂਦੇ ਹੈਗੇ ਨੇ, ਵਾਈਟ ਕਲੋਥਸ ਪਾਉਂਦੇ ਹੈਗੇ ਨੇ। ਸੋ ਜਿਹੜੇ ਲੋਕ ਜੈਨ ਧਰਮ ਨੂੰ ਫੋਲੋ ਕਰਦੇ ਨੇ ਉਹ ਸਾਰੇ ਦੇ ਸਾਰੇ ਕੀ ਨੇਗੇ ਵੈਜੀਟੇਰੀਅਨ ਨੇਗੇ, ਯਾਨੀ ਕਿ ਸ਼ਾਕਾਹਾਰੀ ਨੇ, ਕਿਸੇ ਪ੍ਰਕਾਰ ਦਾ ਜਿਹੜਾ ਮਾਸ ਉਹ ਨਹੀਂ ਖਾਂਦੇ ਹੈਗੇ। ਨੈਕਸਟ ਆਉਂਦਾ ਹੈ ਬੁੱਧਿਜ਼ਮ। The 6th century BC saw the emergence of some most important religious movements। ਸੋ 6ਵੀਂ ਸਦੀ ਦੀ ਈਸਵੀ ਪੂਰਵ ਦੇ ਵਿੱਚ ਕੁਝ ਮਹੱਤਵਪੂਰਨ ਜਿਹੜੇ ਅੰਦੋਲਨ ਸ਼ੁਰੂ ਹੋਏ ਸੀਗੇ, ਠੀਕ ਹੈ। The great religious thinkers Confucius preaches in China at this time। ਸੋ ਇਸੇ ਸਮੇਂ ਦੇ ਵਿੱਚ ਇੱਕ ਮਹਾਨ ਧਾਰਮਿਕ ਚੇਤਨ ਜਿਹਨੂੰ ਕਨਫਿਊਸ਼ੀਅਸ ਨੇ ਪ੍ਰਚਾਰ ਕੀਤਾ ਸੀਗਾ ਚੀਨ ਦੇ ਵਿੱਚ, ਠੀਕ ਹੈ। In India two great religions Buddhism and Jainism were founded at this time। ਸੋ ਇਸੇ ਸਮੇਂ ਦੇ ਦੌਰਾਨ ਹੀ ਕੀ ਸੀਗਾ ਭਾਰਤ ਦੇ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਦੀ ਜਿਹੜੀ ਨੀਂਹ ਰੱਖੀ ਗਈ ਸੀ, ਜਿਸ ਸਮੇਂ ਚੀਨ ਦੇ ਵਿੱਚ ਇੱਕ ਮਹਾਨ ਧਾਰਮਿਕ ਚੇਤਕ ਕਨਫਿਊਸ਼ਸ ਨੇ ਪ੍ਰਚਾਰ ਕੀਤਾ ਹੋਇਆ ਸੀਗਾ ਆਪਣੇ ਧਰਮ ਦਾ। Amongst these Buddhism become the most popular religions and spread all over the world। ਸੋ ਜਿਹੜਾ ਬੁੱਧ ਧਰਮ ਸੀਗਾ ਉਹ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਪ੍ਰਸਿੱਧ ਜਿਹੜਾ ਧਰਮ ਮੰਨਿਆ ਗਿਆ ਅਤੇ ਪੂਰੇ ਵਿਸ਼ਵ ਦੇ ਵਿੱਚ ਉਹ ਫੈਲ ਚੁੱਕਿਆ ਸੀ। ਦਾ ਫਾਊਂਡਰ ਆਫ ਦਾ ਬੁੱਧਿਜ਼ਮ ਵਾਸ ਗੌਤਮ ਬੁੱਧਾ। ਸੋ ਜਿਹੜਾ ਬੁੱਧ ਧਰਮ ਦੇ ਫਾਊਂਡਰ ਨੇਗੇ ਉਹਨਾਂ ਨੂੰ ਗੌਤਮ ਬੁੱਧਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੂਜ਼ ਰੀਅਲ ਨੇਮ ਵਾਸ ਸਿਧਾਰਥਾ। ਸੋ ਅਸਲੀ ਨਾਮ ਸੀ ਉਹਨਾਂ ਦਾ ਸਿਧਾਰਥਾ ਸੀਗਾ, ਬਟ ਉਹਨਾਂ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਗੌਤਮ ਬੁੱਧਾ ਦੇ ਨਾਮ ਨਾਲ ਜਾਣਿਆ। ਹੀ ਇਜ਼ ਪੋਪੂਲਰ ਐਜ਼ ਏ ਬੁੱਧਾ ਦੈਟ ਬਿਕਮ ਹਿਜ਼ ਟਾਈਟਲ ਆਫਟਰ ਇਨਲਾਈਟਮੈਂਟ। ਬੁੱਧਾ ਮੀਨਸ ਇਨਲਾਈਟਡ ਪਰਸਨ। ਸੋ ਜਿਹੜਾ ਉਹਨਾਂ ਦਾ ਅਸਲ ਨਾਮ ਸੀਗਾ ਉਸ ਦਾ ਅਰਥ ਸੀਗਾ ਅਤੇ ਉਹ ਮਹਾਤਮਾ ਬੁੱਧ ਦੇ ਨਾਮ ਦੇ ਨਾਲ ਵੀ ਪ੍ਰਸਿੱਧ ਹੋਏ ਸੀਗੇ, ਜਿਹੜਾ ਕਿ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਦਿੱਤਾ ਗਿਆ ਸੀ। ਬੁੱਧ ਦਾ ਜਿਹੜਾ ਅਰਥ ਸੀਗਾ ਮੀਨ ਸੀਗਾ ਬੁੱਧਾ ਦਾ, ਉਹਦਾ ਮਤਲਬ ਸੀਗਾ ਗਿਆਨਵਾਨ ਪੁਰਸ਼, ਠੀਕ ਹੈ, ਯਾਨੀ ਕਿ ਇਨਲਾਈਟਡ ਪਰਸਨ। ਸੋ ਗੌਤਮ ਬੁੱਧ ਦੀ ਤਸਵੀਰ ਹੈ। Siddhartha was born in a royal Shaka family in Luvini in Nepali Thrice। ਸੋ ਸਿਧਾਰਥ ਦਾ ਜਿਹੜਾ ਜਨਮ ਸੀਗਾ ਉਹ ਸ਼ਕ ਰਾਜਵੰਸ਼ ਦੇ ਵਿੱਚ ਨੇਪਾਲ ਦੇ ਤਰਾਈ ਵਿੱਚ ਲਵੂਨੀ ਨਾਂ ਦੇ ਜਿਹੜਾ ਪਿੰਡ ਦੇ ਵਿੱਚ ਹੋਇਆ ਸੀਗਾ। ਨੇਪਾਲ ਦੇ ਵਿੱਚ ਆ ਜਾਂਦਾ ਹੈ ਤਰਾਈ ਰੀਜਨ ਦੇ ਵਿੱਚ, ਉੱਥੇ ਇਸ ਦਾ ਜਨਮ ਜਿਹੜਾ ਹੋਇਆ ਸੀਗਾ। ਅਤੇ ਇਹਨਾਂ ਦੇ ਫਾਦਰ ਦਾ ਨਾਮ ਜਿਹੜਾ ਸੀਗਾ ਉਹ ਸ਼ੁਧੋਧਨ ਸੀਗਾ ਇਹਨਾਂ ਦੇ ਫਾਦਰ ਦਾ ਨੇਮ। ਔਰ ਹਿਜ਼ ਕੈਪੀਟਲ ਵਾਸ
ਕਪਿਲਵਸਤੂ। ਸੋ ਜਿਹੜੀ ਕਪਿਲਵਸਤੂ ਸੀਗੀ ਉਹ ਇਹਨਾਂ ਦੇ ਫਾਦਰ ਦੀ ਜਿਹੜੀ ਕੈਪੀਟਲ ਸੀ, ਜਾਣੀ ਕਿ ਜਿੱਥੇ ਇਸ ਦੇ ਫਾਦਰ ਦਾ ਸ਼ੁੱਧੋਧਨ ਦਾ ਰਾਜ ਸੀਗਾ ਉੱਥੋਂ ਦੀ ਜਿਹੜੀ ਰਾਜਧਾਨੀ ਸੀ ਉਹਦਾ ਨਾਮ ਕਪਿਲਵਸਤੂ ਸੀ। ਇਹ ਵੀ ਇੰਪੋਰਟੈਂਟ ਹੈਗਾ ਗਾ। ਦਾ ਬੁੱਧਾਜ਼ ਮਦਰ ਮਾਇਆ ਦੇਵੀ। ਸੋ ਇਹਨਾਂ ਦੀ ਜਿਹੜੀ ਮਾਤਾ ਦਾ ਨਾਮ ਸੀਗਾ ਉਹ ਮਾਇਆ ਦੇਵੀ ਸੀਗਾ, ਬਟ ਕੁਛ ਸਮੇਂ ਬਾਅਦ ਉਹਨਾਂ ਦੀ ਜਿਹੜਾ ਡੈਥ ਹੋ ਗਈ ਸੀਗੀ ਮਹਾਤਮਾ ਬੁੱਧ ਦੇ ਜਨਮ ਤੋਂ ਬਾਅਦ। Buddha grew up amidst a luxury of princess was married to beautiful princess named Yashodhara। ਸੋ ਉਹਨਾਂ ਦੀ ਮਾਇਆ ਦੀ ਜਿਹੜੀ ਮੌਤ ਸੀਗੀ, ਉਹਨਾਂ ਦੀ ਮੌਤ ਤੋਂ ਬਾਅਦ ਕੀ ਹੈ, ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਇੱਕ ਰਾਜਕੁਮਾਰ ਦੀ ਤਰ੍ਹਾਂ ਜਿਹੜਾ ਕੀਤਾ ਗਿਆ ਸੀ, ਅਤੇ ਉਹਨਾਂ ਦੀ ਜਿਹੜੀ ਮੈਰਿਜ ਹੈਗੀ ਉਹ ਇੱਕ ਬਿਊਟੀਫੁਲ ਪ੍ਰਿੰਸੈਸ ਦੇ ਨਾਲ, ਰਾਜਕੁਮਾਰੀ ਦੇ ਨਾਲ ਹੋਇਆ ਸੀ, ਜਿਹਦਾ ਨਾਮ ਸੀ ਯਸ਼ੋਧਰਾ। ਇਹ ਵੀ ਇੰਪੋਰਟੈਂਟ ਹੈ, ਧਿਆਨ ਵਿੱਚ ਰੱਖਿਓ। ਦੇ ਹੈਡ ਏ ਸਨ ਕਾਲਡ ਰਾਹੁਲ। ਸੋ ਇਹਨਾਂ ਦੇ ਇੱਕ ਪੁੱਤਰ ਹੋਇਆ ਸੀ ਜਿਹਦਾ ਨਾਮ ਸੀਗਾ ਰਾਹੁਲ। ਸੋ ਇਹ ਸਾਰੇ ਦੇ ਸਾਰੇ ਇੰਪੋਰਟੈਂਟ ਹੈ ਚੈਪਟਰ ਜਿੰਨਾ ਵੀ ਆਪਾਂ ਕੀਤਾ ਹੈਗਾ, ਸੋ ਧਿਆਨ ਦੇ ਨਾਲ ਜ਼ਰੂਰ ਦੇਖਿਓ। ਗੌਤਮਾ ਵਾਜ਼ ਆਲਵੇਜ਼ ਏ ਵੈਰੀ ਸੈਂਸਿਟਿਵ ਐਂਡ ਮੈਡੀਟੇਟਿਵ ਪਰਸਨ। ਸੋ ਜਿਹੜਾ ਗੌਤਮ ਬੁੱਧ ਸੀਗਾ ਉਹ ਇੱਕ ਭਾਵਕ ਅਤੇ ਮਨਮੋਹਨ ਵਾਲਾ ਵਿਅਕਤੀ ਸੀਗਾ ਸ਼ੁਰੂ ਤੋਂ ਹੀ, ਜਨਮ ਤੋਂ ਲੈ ਕੇ ਹੀ, ਠੀਕ ਹੈ। ਐਂਡ he once saw 4 scenes in a sick man, an old man, and a dead body, and a saint। ਸੋ ਉਹਨਾਂ ਨੇ ਕੀ ਆਪਣੀ ਜ਼ਿੰਦਗੀ ਦੇ ਵਿੱਚ 4 ਦ੍ਰਿਸ਼ ਦੇਖੇ ਸੀ। ਇਹ ਵੀ ਇੰਪੋਰਟੈਂਟ ਹੈ ਕਿ ਕਿਸ ਨੇ 4 ਦ੍ਰਿਸ਼ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਸੀ, ਤਾਂ ਉਹ ਸੀਗੇ ਮਹਾਤਮਾ ਬੁੱਧ। ਕਿਹੜੇ ਸੀਨ ਦੇਖੇ ਸੀ ਕਿ ਇੱਕ ਉਹਨਾਂ ਨੇ ਬਿਮਾਰ ਆਦਮੀ ਦੇਖਿਆ, ਇੱਕ ਬੁੱਢਾ ਆਦਮੀ ਦੇਖਿਆ, ਅਤੇ ਇੱਕ ਮੁਰਦਾ ਦੇਖਿਆ, ਅਤੇ ਇੱਕ ਉਹਨੇ ਸਾਧੂ ਦੇਖਿਆ ਸੀ। ਹੀ ਫੀਲਟ ਵੈਰੀ ਸੈਡ ਇਟ ਸੋ ਮਚ ਮਿਸਰੀ ਇਨ ਦਾ ਵਰਲਡ। ਹੀ ਲਿਫਟ home in the search of the true happiness in life when he was 29 years old. After wandering from place to place and going through asceticism and meditation, Gautama was enlightened to Bodh Gaya in Bihar. While sitting under the peepal tree, he now became a Buddha। ਸੋ ਉਹਨਾਂ ਨੇ ਜਦੋਂ ਇਹ ਦ੍ਰਿਸ਼ ਦੇਖੇ ਤਾਂ ਉਹਨਾਂ ਨੇ ਕੀ, ਉਹਨਾਂ ਦਾ ਮਨ ਬਿਲਕੁਲ ਜਿਹੜਾ ਉਹ ਕੀ ਹੋ ਚੁੱਕਿਆ ਸੀਗਾ, ਅਸ਼ਾਂਤ ਹੋ ਚੁੱਕਿਆ ਸੀਗਾ। ਉਸ ਤੋਂ ਬਾਅਦ ਕੀ ਉਹਨਾਂ ਨੇ ਜਿਹੜਾ ਆਪਣਾ ਘਰ ਆ ਉਹ ਛੱਡ ਦਿੱਤਾ, ਲਿਫਟ ਕਰ ਦਿੱਤਾ, ਠੀਕ ਹੈ। ਔਰ ਸੱਚ ਦੀ ਤਲਾਸ਼ ਦੇ ਵਿੱਚ ਕੀ ਉਹ ਪੂਰੇ ਏਰੀਏ ਦੇ ਵਿੱਚ ਉਹ ਘੁੰਮਣ ਲੱਗ ਪਏ, ਅਤੇ ਆਪਣੀ ਜਿਹੜੀ ਲਾਈਫ ਉਹਨਾਂ ਨੇ ਪੂਰੀ ਦੀ ਪੂਰੀ ਸੱਚ ਨੂੰ ਖੋਜਣ ਦੇ ਵਿੱਚ ਲਾ ਦਿੱਤੀ, ਅਤੇ ਥਾਂ ਦੇ ਉੱਪਰ ਘੁੰਮਣ ਲੱਗੇ, ਅਤੇ ਕਠੋਰ ਜਿਹੜੀ ਉਹਨਾਂ ਨੇ ਤਪੱਸਿਆ, ਜਿਹੜੀ ਮੈਡੀਟੇਸ਼ਨ ਹੈ ਜਿਹੜੀ ਉਹ ਕਰਕੇ ਪ੍ਰਕਾਸ਼, ਜਿਹਨੂੰ ਅਸੀਂ ਗਿਆਨ ਉਹ ਪ੍ਰਾਪਤ ਕੀਤਾ ਹੈਗਾ, ਠੀਕ ਹੈ। ਔਰ ਕਠੋਰ ਤਪੱਸਿਆ ਤੋਂ ਬਾਅਦ ਉਹਨਾਂ ਨੇ ਬਿਹਾਰ ਦੇ ਵਿੱਚ ਇੱਕ ਸਥਾਨ ਸੀਗਾ ਜਿਹਦਾ ਨਾਮ ਕੀ ਸੀ, ਬੋਧ ਗਿਆ, ਠੀਕ ਹੈ। ਇਹ ਵੀ ਇੰਪੋਰਟੈਂਟ ਹੈ ਕਿ ਜਿਹੜਾ ਮਹਾਤਮਾ ਬੁੱਧ ਨੇ ਗਿਆਨ ਦੀ ਪ੍ਰਾਪਤੀ ਕੀਤੀ ਹੋਈ ਸੀ ਬੋਧ ਗਿਆ ਦੇ ਵਿੱਚ ਹੋਈ ਸੀ, ਜਿਹੜਾ ਕਿ ਬਿਹਾਰ ਦੇ ਵਿੱਚ ਆ। ਔਰ ਪੀਪਲ ਦੇ ਦਰਖਤ ਦੇ ਹੇਠਾਂ ਬੈਠ ਕੇ ਉਹਨਾਂ ਨੂੰ ਜਿਹੜੀ ਗਿਆਨ ਦੀ ਉਹ ਪ੍ਰਾਪਤੀ ਹੋਈ ਸੀ। ਉਸ ਤੋਂ ਬਾਅਦ ਉਹਨਾਂ ਦਾ ਨਾਮ ਜਿਹੜਾ ਉਹ ਬੁੱਧਾ ਪੈ ਗਿਆ ਸੀ, ਯਾਨੀ ਕਿ ਬੁੱਧ ਦੇ ਨਾਮ ਨਾਲ ਜਾਣਨੇ ਸ਼ੁਰੂ ਹੋ ਗਏ ਸੀ। ਇਹ ਵੀ ਇੰਪੋਰਟੈਂਟ ਹੈ ਕਿ ਬੋਧ ਗਿਆ ਦੇ ਵਿੱਚ ਉਹਨਾਂ ਨੂੰ ਬਿਹਾਰ ਦੇ ਵਿੱਚ ਪੀਪਲ ਦੇ ਦਰਖਤ ਹੇਠਾਂ ਗਿਆਨ ਦੀ ਪ੍ਰਾਪਤੀ ਹੋਈ ਸੀ। Next time Buddha has first sermon to 5 monks of Sarnath near Varanasi। ਸੋ ਬੁੱਧ ਨੇ ਜਿਹੜਾ ਵਾਰਾਣਸੀ ਦੇ ਨੇੜੇ ਸਾਰਨਾਥ ਵਿੱਚ 5 ਭਿਕਸ਼ੂਆਂ ਨੂੰ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀਗਾ। ਹੀ ਸਪੈਂਟ ਰੈਸਟ ਆਫ ਆਲ ਲਾਈਫ ਰੀਚਿੰਗ ਪੀਪਲ ਅਬਾਊਟ ਦਿਸ ਹਿਜ਼ ਰਿਲੀਜਨ। ਹਿਜ਼ ਟੀਚਿੰਗ ਵਿਚ become because basic principle of Buddhism are simple but very meaningful। He taught the 4 noble truths। ਸੋ ਇਸ ਤੋਂ ਪਿੱਛੋਂ ਉਹਨਾਂ ਨੇ ਜਿਹੜਾ ਸਾਰਾ ਜੀਵਨ ਆਪਣੇ ਧਰਮ ਦੇ ਪ੍ਰਚਾਰ ਦੇ ਵਿੱਚ, ਆਪਣੇ ਧਰਮ ਦੇ ਉਪਦੇਸ਼ਾਂ ਨੂੰ ਦੇਣ ਦੇ ਵਿੱਚ ਬਤੀਤ ਕਰ ਦਿੱਤਾ ਸੀਗਾ। ਉਹਨਾਂ ਦੀਆਂ ਸਿੱਖਿਆਵਾਂ ਸੀਗੀਆਂ ਜਿਹੜੀਆਂ ਉਹ ਬਹੁਤ ਹੀ ਸਰਲ ਸੀਗੀਆਂ, ਬਟ ਬਹੁਤ ਹੀ ਅਰਥ ਭਰਪੂਰ ਸੀਗੀਆਂ, ਜਿਨ੍ਹਾਂ ਨੂੰ ਬੁੱਧ ਧਰਮ ਦੇ ਸਿਧਾਂਤਾਂ ਦੇ ਨਾਮ ਨਾਲ ਜਾਣਿਆ ਜਾਂਦਾ। ਅਤੇ 4 ਸੱਚਾਈਆਂ ਦੀ ਉਹਨਾਂ ਨੇ ਗੱਲ ਕੀਤੀ ਹੈ, ਕਿਹੜੀਆਂ? ਫਸਟ ਹੈ ਦਾ ਵਰਲਡ ਇਜ਼ ਫੁੱਲ ਆਫ ਸੋਰੋ। ਸੋ ਜਿਹੜਾ ਸੰਸਾਰ ਹੈ ਉਹ ਦੁੱਖਾਂ ਦਾ ਘਰ ਹੈ। ਦਾ ਕਾਜ਼ਜ਼ ਆਫ ਸੋਰੋ ਇਜ਼ ਡਿਜ਼ਾਇਰ। ਸੋ ਦੁੱਖਾਂ ਦਾ ਜਿਹੜਾ ਕਾਰਨ ਉਹ ਸਾਡੀਆਂ ਇੱਛਾਵਾਂ ਨੇਗੀਆਂ। ਐਂਡ ਵੀ ਕੈਨ ਕਨਕੁਅਰ ਸੋਰੋ ਬਾਈ ਕਨਕੁਅਰਿੰਗ ਡਿਜ਼ਾਇਰ। ਸੋ ਇੱਛਾਵਾਂ 'ਤੇ ਕਾਬੂ ਪਾ ਲੈਣ ਨਾਲ ਦੁੱਖਾਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ, ਜਾਂ ਛੁਟਕਾਰਾ ਸਾਨੂੰ ਮਿਲ ਸਕਦਾ ਹੈ। ਬਾਈ ਫੋਲੋਇੰਗ ਦਾ 8 ਫੋਲਡ ਪਾਥ ਕੈਨ ਕੁਅਰ ਡਿਜ਼ਾਇਰ। ਸੋ ਇੱਛਾ ਦਾ ਜਿਹੜਾ ਦਮਨ ਅਸ਼ਟ ਮਾਰਗ ਦੁਆਰਾ ਜਿਹੜਾ ਹੋ ਸਕਦਾ ਹੈਗਾ ਗਾ, ਯਾਨੀ ਕਿ ਜਿਹੜਾ ਇੱਛਾ ਹੈਗਾ ਗਾ ਉਹਨੂੰ ਕੱਟਿਆ ਜਾ ਸਕਦਾ ਹੈ ਕਿਸ ਦੇ ਰਾਹੀਂ? ਅਸ਼ਟ ਮਾਰਗ ਦੇ ਨਾਲ, ਜਿਹਨੂੰ 8 ਫੋਲਡ ਪਾਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਹੜੇ ਨੇਗੇ 8 ਫੋਲਡ ਪਾਥ? ਕਿਹੜੇ ਹੈਗੇ ਨੇ ਜਿਹਨੂੰ ਕਿ ਅਸ਼ਟ ਮਾਰਗ ਕਿਹਾ ਜਾਂਦਾ ਹੈ? ਸੋ ਇਹ ਵੀ ਇੰਪੋਰਟੈਂਟ ਹੈ, ਠੀਕ ਹੈ। ਸੋ ਫਸਟ ਆਉਂਦਾ ਹੈ ਰਾਈਟ ਬਲੀਵਸ, ਸੱਚੀ ਦ੍ਰਿਸ਼ਟੀ, ਰਾਈਟ ਥਾਟ, ਸੱਚਾ ਸੰਕਲਪ, ਰਾਈਟ ਸਪੀਚ, ਸੱਚ ਵਚਨ ਯਾਨੀ ਕਿ ਸੱਚਾ ਬੋਲਣਾ, ਰਾਈਟ ਐਕਸ਼ਨ ਯਾਨੀ ਕਿ ਸੱਚਾ ਕਰਮ, ਰਾਈਟ ਮੀਨਸ ਆਫ ਲਾਈਵਲੀਹੁਡਸ ਯਾਨੀ ਕਿ ਸੱਚਾ ਰਹਿਣ ਸਹਿਣ, ਠੀਕ ਹੈ, ਸੁੱਚਾ ਰਹਿਣ ਸਹਿਣ,
ਐਂਡ ਰਾਈਟ ਐਫਰਟਸ, ਸੱਚਾ ਯਤਨ ਕਰਨਾ, ਐਂਡ ਰਾਈਟ ਰੀਕੋਲੈਕਸ਼ਨ, ਸੱਚੀ ਸਮ੍ਰਿਤੀ ਜਿਹਨੂੰ ਕਿਹਾ ਜਾਂਦਾ ਹੈ, ਰਾਈਟ ਮੈਡੀਟੇਸ਼ਨ, ਸੱਚਾ ਧਿਆਨ ਹੈ ਜਿਹੜਾ, ਇਸ ਦੇ ਨਾਲ ਅਸੀਂ ਜਿਹੜੀਆਂ ਇੱਛਾਵਾਂ ਨੇ, ਡਿਜ਼ਾਇਰ ਨੇ, ਉਹਨਾਂ ਨੂੰ ਮਾਰ ਸਕਦੇ ਹੈਗੇ, ਉਹਨਾਂ ਨੂੰ ਦੱਬ ਸਕਦੇ ਹਾਂ ਅਤੇ ਚੰਗੀ ਜਿਹੜੀ ਲਾਈਫ ਉਹ ਜੀ ਸਕਦੇ ਹਾਂ। ਬਾਈ ਫੋਲੋਇੰਗ ਥੀਸ ਰੈਟਸ ਵੀ ਵਨ ਕੈਨ ਗੈਟ ਰਿਚ ਆਫ ਮੈਜ਼ਰ ਇਨ ਲਾਈਫ ਐਂਡ ਅਟੇਨ ਨਿਰਵਾਣਾ। ਸੋ ਇਹਨਾਂ ਅੱਠੇ ਜਿਹੜੇ ਫੋਲਡ ਪੱਥ ਨੇਗੇ, ਇਹਨਾਂ ਨੂੰ ਅਪਣਾ ਕੇ ਅਸੀਂ ਨਿਰਵਾਣ ਜਿਹੜਾ ਪ੍ਰਾਪਤ ਕਰ ਸਕਦੇ ਹੈਗੇ ਆਂਗੇ, ਯਾਨੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੈਗੇ ਹਾਂ, ਇਸ ਮੋਹ ਜਾਲ ਤੋਂ ਅਸੀਂ ਬਚ ਸਕਦੇ ਹਾਂ। ਸੋ ਇਟ ਮੀਨਸ ਬਾਈ ਦਿਸ ਵਨ ਕੈਨ ਬਿਕਮ ਫਰੀ ਫਰੋਮ ਸਾਈਕਲ ਆਫ ਬਰਥ ਐਂਡ ਡੈਥ। ਸੋ ਅਸੀਂ ਜਨਮ ਮਰਨ ਦੇ ਚੱਕਰ ਆ ਉਸ ਤੋਂ ਮੁਕਤ ਹੋ ਜਾਵਾਂਗੇ ਜੇਕਰ ਅਸੀਂ ਇਹਨਾਂ ਅੱਠੇ ਰੂਲਸ ਨੂੰ, ਸਿਧਾਂਤਾਂ ਨੂੰ ਅਸੀਂ ਫੋਲੋ ਕਰ ਲਵਾਂਗੇ। Buddha also thought in the middle path. It means that one should not tortures oneself by stories, nor should one indulge in luxury of life. He founded of the Buddhist Sangha, that was the supreme body of monarch. All monarchs and nuns were its obtained members. Those who did not become monarchs, bhikshus and nuns, bhikshus, they could also follow Buddhism's lay discipline. ਸੋ ਬੁੱਧ ਨੇ ਜਿਹੜਾ ਮਾਰਗ, ਮੱਧ ਮਾਰਗ ਅਪਣਾਉਣ ਦੀ ਸਿੱਖਿਆ ਵੀ ਦਿੱਤੀ ਹੈ, ਯਾਨੀ ਕਿ ਜਿਸ ਦਾ ਅਰਥ ਇਹ ਸੀਗਾ ਕਿ ਨਾ ਤਾਂ ਜਿਹੜਾ ਸਰੀਰ ਨੂੰ, ਵਿਅਕਤੀ ਨੂੰ ਕਠੋਰ ਜਿਹੜੀ ਤਪੱਸਿਆ ਕਰਨੀ ਚਾਹੀਦੀ ਹੈਗੀ, ਠੀਕ ਆ, ਅਤੇ ਨਾ ਹੀ ਸਰੀਰ ਨੂੰ ਕੀ ਹੈਗਾ ਜ਼ਿਆਦਾ ਕਸ਼ਟ ਦੇਣਾ ਚਾਹੀਦਾ ਹੈ, ਅਤੇ ਨਾ ਹੀ ਜੀਵਨ ਨੂੰ ਜਿਹੜਾ ਜ਼ਿਆਦਾਤਰ ਅਸੀਂ ਭੋਗ ਵਿਲਾਸ ਦੇ ਵਿੱਚ ਬਤੀਤ ਕਰ ਸਕਦੇ ਹਾਂ, ਉਹ ਵੀ ਨਹੀਂ ਕਰਨਾ ਚਾਹੀਦਾ ਹੈ। ਨਾ ਹੀ ਕਸ਼ਟ ਹੋਣੇ ਚਾਹੀਦੇ ਅਤੇ ਨਾ ਹੀ ਜ਼ਿਆਦਾ ਸੌਖੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜੀਣਾ ਚਾਹੀਦਾ ਹੈਗਾ। ਸੋ ਉਹਨਾਂ ਨੇ ਬੋਧੀ ਭਿਕਸ਼ੂਆਂ ਦੀ ਜਿਹੜੀ ਸਥਾਪਨਾ ਕੀਤੀ ਸੀ, ਬੌਧ ਭਿਕਸ਼ੂਆਂ ਦੀ ਜਿਹੜੀ ਸਰਵਉੱਚ ਸੰਸਥਾ ਦੀ ਉਹਨਾਂ ਨੇ ਸਥਾਪਨਾ ਕੀਤੀ ਸੀਗੀ। ਸਾਰੇ ਭਿਕਸ਼ੂ ਅਤੇ ਭਿਕਸ਼ੂਣੀਆਂ ਜਿਹੜੀ ਉਹ ਬੋਧੀ ਸੰਘ ਦੇ ਜਿਹੜੇ ਮੈਂਬਰ ਹੁੰਦੇ ਸੀਗੇ। ਜੋ ਲੋਕ ਭਿਕਸ਼ੂ ਨਹੀਂ ਬਣਨਾ ਚਾਹੁੰਦੇ ਸੀਗੇ, ਉਹਨਾਂ ਦੇ ਵੀ ਵਿਸਾਖ ਦੇ ਤੌਰ 'ਤੇ ਉਹ ਧਰਮ ਦੀ ਪਾਲਣਾ ਕਰਕੇ ਬੁੱਧ ਧਰਮ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਸਕਦੇ ਸੀਗੇ। Buddhism thought noble things in life, like not to kill anybody, not to tell lie, not to use intoxicants, not to expect or no keep money, not to eat and odd hours, not to covet other property, etc. All the teaching of the Buddhists are contained in three major works, all called Tripitaka. ਸੋ ਬੁੱਧ ਧਰਮ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੈਤਿਕ ਸਿੱਖਿਆ ਦੀ ਗੱਲ ਕੀਤੀ ਗਈ ਹੈ, ਮੋਰਲ ਵੈਲਿਊ ਦੀ ਗੱਲ ਕੀਤੀ ਗਈ ਹੈਗੀ, ਠੀਕ ਹੈ। ਜਿਵੇਂ ਕਿ ਕਿਸ ਨੂੰ ਨਾ ਮਾਰਨਾ, ਹਿੰਸਾ ਜਿਹੜਾ ਰੂਲ ਆ ਜਾਂਦਾ ਹੈਗਾ, ਸੱਚ ਬੋਲਣਾ, ਨਸ਼ੀਲੀਆਂ ਵਸਤੂਆਂ ਦੀ ਜਿਹੜੀ ਵਰਤੋਂ ਨਾ ਕਰਨਾ, ਧਨ ਨਾ ਲੈਣਾ, ਨਾ ਰੱਖਣਾ, ਸਮੇਂ ਸਿਰ ਭੋਜਨ ਕਰਨਾ, ਪਰਾਈ ਸੰਪੱਤੀ ਦੇ ਉੱਪਰ ਨਜ਼ਰ ਨਾ ਰੱਖਣਾ, ਠੀਕ ਹੈ। ਇਹ ਸਾਰੇ ਰੂਲਾਂ ਨੂੰ ਅਪਣਾ ਕੇ ਜਿਹੜਾ ਬੁੱਧ ਧਰਮ ਦੇ ਵਿੱਚ ਨਿਰਮਾਣ ਜਿਹੜਾ ਉਹ ਪ੍ਰਾਪਤ ਕੀਤਾ ਜਾ ਸਕਦਾ ਸੀਗਾ। ਸੋ ਬੁੱਧ ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਸੀ ਉਹ 3 ਮੁੱਖ ਗ੍ਰੰਥਾਂ ਦੇ ਵਿੱਚ ਸ਼ਾਮਲ ਨੇਗੀਆਂ, ਠੀਕ ਹੈ। 3 ਮੇਜਰ ਵਰਕਸ ਨੇ ਜਿਹੜੇ ਉਹਨਾਂ ਦੇ ਵਿੱਚੋਂ ਸ਼ਾਮਲ ਨੇਗੀਆਂ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ, ਤ੍ਰਿਪਿਟਕ ਕਿਹਾ ਜਾਂਦਾ ਹੈ, ਜਿਹਦੇ ਵਿੱਚ ਬੁੱਧ ਧਰਮ ਦੇ ਸਾਰੀਆਂ ਸਿੱਖਿਆਵਾਂ ਸ਼ਾਮਲ ਨੇ, ਉਹਨਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ। ਸੋ ਨੈਕਸਟ ਟਾਈਮ ਆਫਟਰ ਦ ਡੈਥ ਆਫ ਬੁੱਧਾ ਹਿਜ਼ ਰਿਲੀਜਨ ਸਪਰੈਡ far and wide very quickly. Many famous kings become followers Buddhism. ਸੋ ਜਿਹੜਾ ਬੁੱਧ ਧਰਮ ਦੀ ਬੁੱਧ ਤੋਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਧਰਮ ਉਹ ਪੂਰੇ ਵਿਸਤਾਰ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਫੈਲ ਗਿਆ ਅਤੇ ਬੜੀ ਫਾਸਟ ਤਰੀਕੇ ਦੇ ਨਾਲ ਦੂਰ ਦੂਰ ਤੱਕ ਫੈਲ ਗਿਆ ਸੀ। ਬਹੁਤ ਸਾਰੇ ਜਿਹੜੇ ਫੇਮਸ ਰਾਜੇ ਸੀ ਉਹਨਾਂ ਨੇ ਕੀ ਹੈਗਾ ਗਾ, ਬੁੱਧ ਧਰਮ ਨੂੰ ਅਪਣਾ ਲਿਆ ਸੀਗਾ। ਸੋ ਇਹਨਾਂ ਦੇ ਵਿੱਚ ਮੇਨ ਜਿਹੜੇ ਕੀਤੇ ਹੈਗੇ ਕਿ ਅਸ਼ੋਕਾ ਆ ਜਾਂਦਾ ਹੈ, ਕਨਿਸ਼ਕ ਆ ਜਾਂਦਾ ਹੈਗਾ ਗਾ, ਹਰਸ਼ਵਰਧਨ ਆ ਜਾਂਦਾ ਹੈਗਾ ਗਾ। ਸੋ ਇਹਨਾਂ ਸਾਰਿਆਂ ਨੇ ਇਹ ਕੀ ਹੈਗਾ ਗਾ, ਬੁੱਧ ਧਰਮ ਨੂੰ ਜਿਹੜਾ ਅਪਣਾ ਲਿੱਤਾ ਸੀਗਾ। ਐਂਡ ਅਸ਼ੋਕਾ ਸੈਂਡ ਸੈਵਰਲ ਬੁੱਧਿਸਟ ਮਿਸ਼ਨਸ ਟੂ ਫੋਰਨ ਕੰਟਰੀਜ਼। ਸੋ ਜਿਹੜਾ ਅਸ਼ੋਕਾ ਸੀ ਉਹਨੇ ਬੁੱਧ ਧਰਮ ਦੇ ਪ੍ਰਚਾਰ ਲਈ ਪੂਰੇ ਫੋਰਨ ਕੰਟਰੀਆਂ ਦੇ ਵਿੱਚ ਆਪਣੇ ਭਿਕਸ਼ੂ ਭੇਜੇ ਸੀ, ਤਾਂ ਜੋ ਬੁੱਧ ਧਰਮ ਨੂੰ ਵੱਧ ਤੋਂ ਵੱਧ ਫੈਲਾਇਆ ਜਾ ਸਕੇ। ਸੋ ਇਸ ਐਫਰਟ ਦੇ ਨਾਲ ਜਿਹੜਾ ਬੁੱਧਿਜ਼ਮ ਸੀਗਾ ਉਹ ਕਿੱਥੋਂ ਤੱਕ ਫੈਲ ਗਿਆ, ਚਾਈਨਾ ਦੇ ਵਿੱਚ ਮਿਲ ਗਿਆ ਸੀ, ਮਿਆਂਮਾਰ ਬਰਮਾ ਜਿਹਨੂੰ ਕਹਿੰਦਾ ਹੈ, ਸ਼੍ਰੀਲੰਕਾ ਦੇ ਵਿੱਚ, ਸੈਂਟਰਲ ਏਸ਼ੀਆ ਦੇ ਵਿੱਚ, ਸਾਊਥ ਈਸਟ ਏਸ਼ੀਆ ਦੇ ਵਿੱਚ, ਮੈਨੀ ਅਦਰ ਕੰਟਰੀਜ਼ ਦੇ ਵਿੱਚ ਜਿਹੜਾ ਬੁੱਧ ਧਰਮ ਫੈਲ ਗਿਆ ਸੀਗਾ ਅਸ਼ੋਕਾ ਦੇ ਸਮੇਂ। ਡੂਰਿੰਗ ਦਾ ਕੁਸ਼ਾਨਾ ਪੀਰੀਅਡ ਬੁੱਧਿਜ਼ਮ ਵਾਜ ਡਿਵਾਈਡਡ ਇੰਟੂ 2 ਪਾਰਟਸ। ਸੋ ਕੁਸ਼ਾਨ ਜਿਹੜਾ ਕਾਲ ਸੀਗਾ ਉਸ ਦੇ ਵਿੱਚ ਬੁੱਧ ਧਰਮ ਜਿਹੜਾ ਉਹ 2 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਸੀ। ਕਿਹੜਾ, ਇੱਕ ਮਹਾਂਯਾਨ ਸੀਗਾ ਐਂਡ ਦੂਸਰਾ ਹੀਨਯਾਨ ਸੀਗਾ। ਮਹਾਂਯਾਨ ਮੀਨਸ ਦ ਗ੍ਰੇਟ ਵਹੀਕਲਸ ਐਂਡ ਇਟ ਇਜ਼ ਫੋਲੋ ਬਿਲੀਵਡ ਇਨ ਦ ਆਈਡੀਅਲ ਵਰਸ਼ਿਪ ਆਫ ਦ ਬੁੱਧਿਸਟ ਐਜ਼ ਗੋਡਸ। ਸੋ ਜਿਹੜੇ ਮਹਾਂਯਾਨ ਸੀਗੇ ਉਹ ਉਹਨਾਂ ਦਾ ਅਰਥ ਸੀਗਾ ਵੱਡਾ ਜਾਨ, ਜਾਣੀ ਕਿ ਜਹਾਜ਼। ਇਸ ਦੇ ਅਨੁਯਾਈ ਸੀ ਜਿਹੜੇ ਉਹ ਬੁੱਧ ਦੀ ਮੂਰਤੀ ਦੀ ਪੂਜਾ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਸੀ ਅਤੇ ਭਗਵਾਨ ਦੇ ਰੂਪ ਵਿੱਚ ਬੁੱਧ ਦੀ ਜਿਹੜੀ ਉਹ ਪੂਜਾ ਕਰਦੇ ਹੁੰਦੇ ਸੀਗੇ। ਐਂਡ ਦ ਫੋਲੋਅਰਸ ਆਫ ਦ ਹੀਨਯਾਨ ਕੰਟੀਨਿਊਡ ਟੂ ਦ ਫੋਲੋ ਆਫ ਓਰੀਜਨਲ ਟੀਚਿੰਗਸ ਆਫ ਦ ਬੁੱਧਾ ਐਂਡ ਕੰਸੀਡਰ ਹਿਮ ਟੂ ਬੀ ਗ੍ਰੇਟ ਟੀਚਰਸ।
ਸੋ ਹੀਨਜਾਨ ਦੀ ਜਿਹੜੇ ਅਨੁਯਾਈ ਸੀਗੇ ਉਹ ਕੀ ਕਰਦੇ ਸੀ, ਉਹ ਜਿਹੜੀਆਂ ਬੁੱਧ ਧਰਮ ਦੀਆਂ ਮਹਾਨ ਸਿੱਖਿਆਵਾਂ ਸੀਗੀਆਂ ਉਹਨਾਂ ਨੂੰ ਮੰਨਦੇ ਸੀ ਅਤੇ ਉਹਨਾਂ ਸਿੱਖਿਆਵਾਂ ਦੀ ਜਿਹੜੀ ਉਹ ਪਾਲਣਾ ਕਰਦੇ ਹੁੰਦੇ ਸੀਗੇ। ਸੋ ਅੱਜ ਦੇ ਇਸ ਚੈਪਟਰ ਦੇ ਵਿੱਚ ਇੰਨਾ ਹੀ ਸੀ। ਸੋ ਬਹੁਤ ਹੀ ਇੰਪੋਰਟੈਂਟ ਚੈਪਟਰ ਸੀਗਾ। ਸੋ ਚੈਪਟਰ ਨੂੰ ਪੂਰਾ ਦੇਖਿਓ ਅਤੇ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹ ਆਪਣੀ ਕਾਪੀਜ਼ ਦੇ ਉੱਪਰ ਜ਼ਰੂਰ ਨੋਟ ਕਰ ਲਿਓ ਤਾਂ ਜੋ ਤੁਹਾਨੂੰ ਜਿਹੜਾ ਅੱਗੇ ਪ੍ਰੀਪਰੇਸ਼ਨ ਕਰਨ ਦੇ ਵਿੱਚ ਹੈਲਪ ਮਿਲ ਸਕੇ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕ ਯੂ ਵੈਰੀ ਮੱਚ। ਆਪਣੇ ਸੁਝਾਅ ਜ਼ਰੂਰ ਦਿਓ ਔਰ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕ ਯੂ ਵੈਰੀ ਮੱਚ।